मैं डैडी तो शुरू करदा। फादर साहब साडे 16 साल की उम्र च पिंडों निकल के इंडियन नेवी ज्वाइन कर गए। तो मेरी डिग्री हैगी है माइक्रो इलैक्ट्रॉनिक्स। अच्छा। तो ये जड़ियाँ तुहाडे कंप्यूटर के अंदर चिप्स जांदियां है, सैल फोन के अंदर हर एक जगह एक चिप जाती है। हाँ हाँ। तो मेरी डिग्री है उन्होंने बनाने की डिग्री हैगी। क्या बात है। ਤਾਂ ਤੁਸੀਂ ਦੇਖੋਗੇ ਕਿ ਕਿਤਾਬ ਦੇ ਕਵਰ ਦੇ ਉੱਪਰ ਐਨਕਾਂ ਬਣੀਆਂ। ਹਾਂਜੀ। ਉਹ ਗਾਂਧੀ ਜੀ ਦੀ ਐਨਕਾਂ ਹੈ। ਇਜ਼ਰਾਈਲ ਜਾਣ ਦਾ ਸੁਭਾਗ ਕਿੱਦਾਂ ਮਿਲਿਆ? ਕੰਪਨੀ ਵੱਲੋਂ ਜਾਂ ਖੁਦ ਕੋਈ ਇੰਟਰਸਟ ਸੀ? ਇਜ਼ਰਾਈਲ ਵਰਗੇ ਮੁਲਕ 'ਚ ਬਹੁਤ ਘੱਟ ਲੋਕ ਹੋਣਗੇ ਸਾਡੇ, ਖਾਸ ਕਰਕੇ ਖਾਲਸੇ ਜਿਹੜਾ ਤੁਸੀਂ ਸ਼ਬਦ ਕਹਿ ਰਹੇ ਹੋ। ਵੀ ਦੁਨੀਆ ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे जल पौन तेरा हरियाल तेरी दरिया पर्वत मैदान तेरे ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰੋਗਰਾਮ ਸਾਹਿਤ ਤੇ ਅੰਗ ਸੰਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਸਪੈਸ਼ਲ ਗੈਸਟ ਨੇ ਜੀ, ਅਮਰੀਕਾ ਤੋਂ ਆਏ ਨੇ, ਹੁਣੇ ਪਹੁੰਚੇ ਸਾਡੇ ਕੋਲ। ਉਹ ਸਟੂਡੀਓ 'ਚ ਪਹੁੰਚਿਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰਦਾਰ ਬਲਜੀਤ ਸਿੰਘ ਇਹਨਾਂ ਦਾ ਨਾਂ, ਤੇ ਇਹਨਾਂ ਦੀ ਜੀਵਨ ਯਾਤਰਾ ਬਾਰੇ ਕੁਝ ਗੱਲਾਂ ਬਾਤਾਂ ਕਰਨੀਆਂ, ਇਹਨਾਂ ਦੇ ਕੰਮਾਂ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਵੱਡੀ ਆਰਗੇਨਾਈਜੇਸ਼ਨ ਇਹ ਚਲਾਉਂਦੇ ਨੇ, ਬਹੁਤ ਸਾਰੇ ਲੋਕ ਸੇਵਾ ਦੇ ਕੰਮਾਂ 'ਚ ਹਿੱਸਾ ਲੈਂਦੇ ਨੇ। NGO ਇਹਨਾਂ ਦੀ, ਔਰ ਨਾਲ ਦੀ ਨਾਲ ਇਹ ਰਾਈਟਰ ਵੀ ਨੇ ਜੀ, ਬਹੁਤ ਪੱਖੀ ਸ਼ਖਸੀਅਤ ਨੇ। ਸੋ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਉਹਨਾਂ ਕੋਲੋਂ ਹੀ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਜਾਣਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਸਰਦਾਰ ਬਲਜੀਤ ਸਿੰਘ, ਤੁਹਾਡਾ ਸਵਾਗਤ ਹੈ ਜੀ। ਆਇਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਜੀਤ ਸਿੰਘ ਜੀ। ਹਾਂਜੀ ਬਲਜੀਤ ਭਾਜੀ, ਤੁਹਾਡੇ ਬਾਰੇ, ਜੀਵਨ ਬਾਰੇ ਮੈਂ ਤੁਹਾਡੇ ਤੋਂ ਸ਼ੁਰੂ ਤੋਂ ਕਰਦਾ ਹਾਂ ਕਿ ਆਪਣੇ ਵੈਸੇ ਤੇ ਕਲਚਰ ਦਾ ਹਿੱਸਾ ਆ ਕਿ ਸਾਨੂੰ ਸਿਖਾਇਆ ਹੀ ਇਹ ਗਿਆ ਕਿ ਦੂਜਿਆਂ ਦੇ ਕੰਮ ਆਉਣਾ। ਜਿਹੜੀਆਂ NGO ਨੇ, NGO ਦੇ ਬਾਰੇ ਬੜੇ ਤਰ੍ਹਾਂ ਦੇ ਕਨਫਿਊਜ਼ਨ ਨੇ ਲੋਕਾਂ ਨੂੰ, ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਕਰੂੰਗਾ। ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਕਿੱਥੋਂ ਸ਼ੁਰੂ ਕੀਤੀ ਆਪਣੀ ਯਾਤਰਾ, ਕਿੱਥੇ ਜੰਪਲ, ਕਿੱਥੋਂ ਦੀ ਪੜ੍ਹਾਈ ਕੀਤੀ ਤੇ ਅਮਰੀਕਾ ਕਿੱਦਾਂ ਪਹੁੰਚੇ? ਸ਼ੋਰ ਭਾਜੀ, ਹਮੇਸ਼ਾ ਗੱਲ ਮਾਤਾ ਪਿਤਾ ਤੋਂ ਸ਼ੁਰੂ ਕਰੀਦੀ ਹੁੰਦੀ ਹੈ ਜੀ, ਕਿਉਂਕਿ ਅੱਜ ਅਸੀਂ ਜਿੱਥੇ ਵੀ ਹੈਗੇ ਆ ਉਹਨਾਂ ਦੀ ਬਦੌਲਤ ਹੈ। ਤਾਂ ਸਾਡਾ ਪਿੰਡ ਹੈਗਾ ਭੋਜੋਵਾਲ, ਇਹ ਜਲੰਧਰ ਕੈਂਟ ਛਾਉਣੀ ਦੇ ਲਾਗੇ 2 ਕਿਲੋਮੀਟਰ ਦੂਰ ਆ। ਅੱਛਾ ਜੀ। ਤਾਂ ਪਿੰਡ ਭੋਜੋਵਾਲ ਯਾਤਰਾ ਮੈਂ ਡੈਡੀ ਤੋਂ ਸ਼ੁਰੂ ਕਰਦਾ। ਫਾਦਰ ਸਾਹਿਬ ਸਾਡੇ 16 ਸਾਲ ਦੀ ਉਮਰ 'ਚ ਪਿੰਡੋਂ ਨਿਕਲ ਕੇ ਇੰਡੀਅਨ ਨੇਵੀ ਜੁਆਇਨ ਕਰ ਗਏ। ਅੱਛਾ, ਬॉय ਨੇਵੀ 'ਚ ਗਏ? ਬॉय ਨੇਵੀ 'ਚ ਗਏ ਸੀਗੇ। 16 ਸਾਲ ਦੀ ਏਜ 'ਚ ਗਏ ਤੇ ਬॉय ਨੇ ਐਜ਼ ਅ ਬॉय ਕੀਤਾ। ਤਾਂ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਕਿ ਉਹ ਮਿਹਨਤ ਕਰਦੇ ਕਰਦੇ ਇੱਕ ਆਫਸਰ ਲੈਵਲ ਤੇ ਹੋ ਕੇ ਰਿਟਾਇਰ ਹੋਏ। ਗੁੱਡ। ਉਹਨਾਂ ਨੇ 87 ਲਾਈਫ 'ਚ ਰਿਟਾਇਰ ਹੋਏ ਆ। ਰਿਟਾਇਰ ਹੋਣ ਤੋਂ ਪਛਾਤ ਬੰਬੇ ਹੀ ਰਿਹਾਇਸ਼ ਰੱਖੀ ਹੈ। ਅੱਛਾ ਜੀ। ਹੁਣ ਉਹ ਨਿਊ ਬੰਬੇ ਰਹਿੰਦੇ ਆ। ਤਾਂ ਤੁਸੀਂ ਕਹਿੰਦੇ ਨਾ ਹਮੇਸ਼ਾ ਤੁਹਾਡੇ ਪਹਿਲੇ ਟੀਚਰ ਮੈਨੂੰ ਲੱਗਦਾ ਜੇ ਬੰਬਈ ਸੈਟਲ ਆ ਤੇ ਫਿਰ ਉਹ ਮਰਚੈਂਟ ਵਾਲੇ ਪਾਸੇ ਚੱਲ ਗਏ ਹੋਣਗੇ। ਤੋਂ ਬਾਅਦ ਉਹਨਾਂ ਨੇ ਨੇਵੀ ਤੋਂ ਬਾਅਦ ਮਰਚੈਂਟ ਨੇਵੀ ਵੱਲ ਗਏ ਸੀਗੇ, ਮਗਰ ਪੜ੍ਹਾਉਣ ਲਈ। ਅੱਛਾ। ਹੁਣ ਐਜੂਕੇਸ਼ਨ 'ਚ ਹਾਂ, ਹਾਲੇ ਵੀ 2 ਸਾਲ ਕਰੋਨਾ ਤੋਂ ਪਹਿਲਾਂ ਜਿਹੜਾ ਦੌਰ ਸੀਗਾ, 2 ਸਾਲ ਪਹਿਲਾਂ ਤਾਂ ਇਹ ਪੜ੍ਹਾਉਂਦੇ ਰਹੇ ਹੈਗੇ ਆ। ਤਾਂ ਹੁਣ ਉਹਨਾਂ ਨੇ 80 ਸਾਲ ਦਾ ਹੋ ਜਾਣਾ, ਇੰਨੇ ਐਕਟਿਵ ਆ ਉਹ। ਤਾਂ ਉਹਨਾਂ ਨੇ ਉਹਨਾਂ ਦੇ ਥੋੜਾ ਜਿਹਾ ਹੋਰ ਦੱਸਿਆ। ਤਾਂ ਮੇਰੇ ਕਾਫੀ ਸਾਰੇ ਦੋਸਤ ਇੰਡੀਅਨ ਨੇਵੀ 'ਚ ਜੌਬ ਕਰਦੇ ਆ, ਪ੍ਰੋਗਰਾਮ ਸੁਣ ਵੀ ਰਹੇ ਹੋਣਗੇ, ਇੱਥੇ ਵੀ ਆ। ਬੈਰੀ ਵੀ ਆ ਮੇਰੇ ਇੱਕ ਦੋਸਤ ਜਰਨੈਲ, ਉਹ ਵੀ ਬॉय ਨੇਵੀ 'ਚ ਗਏ ਸੀਗੇ। ਪਰ ਉਹ ਵੱਡੇ ਹੋਣਗੇ, ਜਿੱਦਾਂ ਤੁਸੀਂ ਕਹਿ ਰਹੇ ਹੋ, ਉਹਨਾਂ ਦੇ 80 ਦੇ ਕਰੀਬ ਹੈ, ਪਰ ਉਹ 60-65 ਦੇ ਹੋ ਸਕਦਾ ਉਹ ਤੁਹਾਡੇ ਡੈਡੀ ਨੂੰ ਜ਼ਰੂਰ ਜਾਣਦੇ। ਉਹਨਾਂ ਦਾ ਨਾਮ ਵੀ ਦੱਸ ਦਿਓ ਇੱਕ ਵਾਰੀ, ਚਲੋ ਚੰਗਾ ਲੱਗੂਗਾ। ਮੇਰੇ ਫਾਦਰ ਸਾਹਿਬ ਦਾ ਨਾਮ ਐਜ਼ ਅ ਰਿਟਾਇਰ ਹੋਏ ਲੈਫਟੀਨੈਂਟ ਕਮਾਂਡਰ ਜੀ ਗੁਰਬਖਸ਼ ਸਿੰਘ। ਸਰਦਾਰ ਗੁਰਬਖਸ਼ ਸਿੰਘ। ਸਰਦਾਰ ਗੁਰਬਖਸ਼ ਸਿੰਘ। ਤਾਂ ਉਹਨਾਂ ਦੀ ਥੋੜ੍ਹਾ ਜਿਹਾ ਯਾਤਰਾ ਮੈਂ ਜ਼ਰੂਰ ਦੱਸਦਾ, ਕਿਉਂਕਿ ਉਹਨਾਂ ਦਾ ਜਿਹੜਾ ਵੀ ਉਹਨਾਂ ਨੇ ਕੰਮ ਕੀਤਾ ਹੈ ਮੇਰੇ ਜੀਵਨ 'ਤੇ ਕਾਫੀ ਪ੍ਰਭਾਵ ਕੀਤਾ ਹੈ। ਇੱਕ ਤਾਂ ਉਹ ਮਿਹਨਤੀ ਬੜੇ ਆ। ਕੋਈ ਵੀ ਚੀਜ਼ ਆਪਣੀ ਲਾਈਫ 'ਚ ਕਰਦੇ ਆ ਤਾਂ ਆਪਣੇ ਦਿਲੋਂ ਕਰਦੇ, ਤਾਂ ਮਿਹਨਤ ਨਾਲ, ਤਾਂ ਸਾਫ਼ ਦਿਲ ਨਾਲ ਕਰਦੇ ਆ। ਠੀਕ। ਤਾਂ ਉਹਨਾਂ ਨੇ ਜਦੋਂ ਰਿਟਾਇਰ ਹੋਏ, ਨਿਊ ਬੰਬੇ ਸੈਟਲ ਹੋਏ, ਉਹਨਾਂ ਦੇ ਮਿੱਤਰਾਂ ਨੇ, ਯਾਰ ਦੋਸਤਾਂ ਨੇ ਮਿਲ ਕੇ ਇਹ ਸੋਚਿਆ ਕਿ ਵੀ
ਗੁਰਦੁਆਰੇ ਬਹੁਤ ਹੈਗੇ ਆਪਣੇ ਕੋ, ਹਰੇਕ ਜਗ੍ਹਾ ਜਿੱਥੇ ਜਾਂਦੇ ਆ, ਹਾਂ ਮਗਰ ਕਲਚਰ ਨੂੰ ਸਾਂਭਣ ਲਈ ਕੁਝ ਹੈ ਨਹੀਂ। ਅੱਛਾ। ਉਹਨਾਂ ਨੇ ਮਿਲ ਕੇ, ਮੈਂ ਪ੍ਰਾਊਡਲੀ ਕਹਿ ਸਕਦਾ, ਇੱਕ ਸੰਸਥਾ ਬਣਾਈ ਹੈਗੀ ਹੈ, ਪੰਜਾਬੀ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ। ਇਹ ਨਿਊ ਬੰਬੇ ਦੀ ਸੰਸਥਾ ਹੈ। ਅੱਛਾ। ਇਹ ਸੰਸਥਾ ਨੇ ਇੱਕ ਪੰਜਾਬ ਹੈਰੀਟੇਜ ਹਾਊਸ ਬਣਾਤਾ ਹੈ, ਇੱਕ ਪੰਜਾਬ ਹੈਰੀਟੇਜ ਭਵਨ ਬਣਾਤਾ ਨਿਊ ਬੰਬੇ ਨਿਊ ਬੰਬੇ ਬੇਲਾਪੁਰ ਚ। ਇਹ 3 ਸਟੋਰੀ ਬਿਲਡਿੰਗ ਹੈ। ਹਾਂ 650 ਮੀਟਰ ਦੇ ਉੱਪਰ ਬਣੀ ਹੈਗੀ ਹੈ। ਥੱਲੇ ਡਿਸਪੈਂਸਰੀ ਹੈਗੀ ਹੈ। 30 ਰੁਪਏ ਚ ਡਾਕਟਰ ਦੀ ਸਰਵਿਸ ਤਾਂ ਮੈਡੀਸਨ ਮਿਲਦੀ ਹੈ, ਜੋ ਮਰਜੀ ਕੋਈ ਵੀ ਆ ਜਾਵੇ। ਅੱਛਾ। ਉੱਪਰ ਹਾਲ ਬਣਿਆ ਹੈਗਾ, ਲਾਇਬ੍ਰੇਰੀ ਬਣੀ ਹੈਗੀ ਹੈ, ਇੰਨੇ ਕਲਚਰਲ ਇਵੈਂਟ ਹੁੰਦੇ ਆ। ਤਾਂ ਕਲਚਰ ਨੂੰ ਉਹਨਾਂ ਨੇ ਸਾਂਭਿਆ ਹੋਇਆ ਨਿਊ ਬੰਬੇ। ਮਤਲਬ ਤੁਹਾਨੂੰ ਤੁਹਾਡੇ ਹੈਰੀਟੇਜ 'ਚ ਹੀ ਤੁਹਾਡੇ ਫਾਦਰ ਸਾਹਿਬ ਕੋਲੋਂ ਹੀ ਇਹ ਚੀਜ਼ ਮਿਲੀ ਕਿ ਤੁਸੀਂ ਅੱਗੇ ਚੱਲ ਕੇ ਜ਼ਿੰਦਗੀ ਦੇ ਵਿੱਚ ਲੋਕ ਭਲਾਈ ਦੇ ਕੰਮਾਂ ਵੱਲ ਜਾਂ ਕਿਸੇ NGO ਦੇ ਰਾਹੀਂ ਕੋਈ ਹੋਰ ਸੇਵਾ ਵਾਲੇ ਪਾਸੇ ਆਉਣਾ। ਤਾਂ ਜੋ ਵੀ ਮੈਂ ਸਿੱਖਿਆ ਉਹਨਾਂ ਨੂੰ ਦੇਖ ਕੇ ਹੀ ਸਿੱਖਿਆ। ਤਾਂ ਉਹ 16 ਸਾਲ ਦੀ ਉਮਰ 'ਚ ਨੇਵੀ 'ਚ ਭਰਤੀ ਹੋ ਗਏ ਸੀ। ਮੈਂ 17 ਸਾਲ ਦੀ ਉਮਰ 'ਚ ਬੰਬੇ 'ਚੋਂ ਅਮਰੀਕਾ ਆ ਗਿਆ ਸੀਗਾ। ਅੱਛਾ। ਹਾਂਜੀ। 17 ਸਾਲ ਤੱਕ ਜਿਹੜੇ ਤੁਸੀਂ ਬੰਬੇ ਰਹੇ, ਪੜ੍ਹਾਈ ਲਿਖਾਈ ਫਿਰ ਬੰਬੇ ਦੀ ਤੁਹਾਡੀ ਹੋਈ ਸਾਰੀ ਜੀ? ਜ਼ਿਆਦਾਤਰ ਬੰਬੇ ਰਹੇ ਹੈ, ਬਟ ਉਸ ਤੋਂ ਪਹਿਲਾਂ ਡੈਡੀ ਨੇਵੀ ਸੀਗੇ, ਤਾਂ ਕੋਚੀਨ ਵੀ ਪੋਸਟਡ ਰਹੇ ਹੈ, ਤਾਂ ਕੋਚੀਨ ਵੀ ਪੜ੍ਹਿਆ ਹੈਗਾ। ਬਟ 12ਵੀਂ ਤਾਈਂ ਮੈਂ ਇੰਡੀਆ ਸੀਗਾ। ਅੱਛਾ ਜੀ। ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਡਿਗਰੀ ਇੱਥੇ ਅਮਰੀਕਾ, ਰੋਚੈਸਟਰ, ਤੁਹਾਡੇ ਜੀ ਗੁਆਂਢੀ ਬਫਲੋ ਦੇ ਲਾਗੇ ਹੀ ਰੋਚੈਸਟਰ ਨਿਊਯਾਰਕ ਹੈਗਾ, ਉੱਥੋਂ ਮੈਂ ਕੀਤੀ ਹੈ। ਅੱਛਾ। ਉੱਥੋਂ ਤੁਸੀਂ ਫਿਰ ਮਾਸਟਰ ਕੀਤੀ ਜਾਂ ਬੈਚਲਰਸ ਕੀਤੀ ਹੈਗੀ? ਕਿਸ ਸਟਰੀਮ ਦੇ ਵਿੱਚ ਗਏ ਫਿਰ ਤੁਸੀਂ? ਸੋ ਬੈਚਲਰਸ ਵੀ ਭਾਜੀ ਇਸ ਤਰ੍ਹਾਂ ਹੈ ਕਿ ਨਾ, ਜਿਹੜੀ ਡਿਗਰੀ ਵੀ ਹੈ ਉੱਪਰ ਵਾਲੇ ਦੀ ਬਖਸ਼ਿਸ਼ ਰਹੀ ਹੈ ਕਿ ਹਮੇਸ਼ਾ ਹੀ ਕੋਈ ਨਵੀਂ ਚੀਜ਼ 'ਚ ਹੀ ਰਿਹਾ ਮੈਂ। ਤਾਂ ਮੇਰੀ ਡਿਗਰੀ ਹੈਗੀ ਹੈ ਮਾਈਕਰੋ ਇਲੈਕਟ੍ਰੋਨਿਕਸ 'ਚ। ਅੱਛਾ। ਤਾਂ ਇਹ ਜਿਹੜੀਆਂ ਤੁਹਾਡੇ ਕੰਪਿਊਟਰ ਦੇ ਅੰਦਰ ਚਿਪਸ ਜਾਂਦੀਆਂ ਹੈ, ਸੈੱਲ ਫੋਨ ਦੇ ਅੰਦਰ ਹਰੇਕ ਜਗ੍ਹਾ ਇੱਕ ਚਿਪ ਜਾਂਦੀ ਹੈ। ਹਾਂ। ਤੋ ਮੇਰੀ ਡਿਗਰੀ ਹੈ ਉਹਨੂੰ ਬਣਾਉਣ ਦੀ ਡਿਗਰੀ ਹੈਗੀ। ਕੀ ਬਾਤ ਹੈ, ਕੀ ਬਾਤ ਹੈ। ਫਿਰ ਤਾਂ ਬਹੁਤ ਜ਼ਿਆਦਾ ਐਡਵਾਂਸ ਟੈਕਨੀਕ ਵਾਲੇ ਪਾਸੇ ਤੁਸੀਂ ਗਏ। ਚਲੋ ਅੱਛਾ, ਜਿਹੜੀ ਪੜ੍ਹਾਈ ਲਿਖਾਈ ਆ ਇਹ ਆਲ ਟੂਗੈਦਰ ਜਿਹੜਾ ਤੁਸੀਂ ਵਰਕ ਕਰ ਰਹੇ ਹੋ ਉਹਦੇ ਨਾਲ ਮੈਨੂੰ ਅਲੱਗ ਲੱਗਿਆ ਥੋੜ੍ਹਾ ਜਿਹਾ ਕਿ ਕੋਈ ਮੇਲ ਖਾਂਦਾ। ਅੱਜ ਕੱਲ੍ਹ ਤਾਂ ਇੱਦਾਂ ਹੁੰਦਾ ਜੇ ਕੋਈ IT 'ਚ ਚੱਲ ਗਿਆ ਬੱਚਾ, ਆਪਣੀ ਫੀਲਡ ਦਾ ਜਿੰਨਾ ਮਰਜ਼ੀ ਮਾਸਟਰ ਹੋਵੇ, ਉਹਨੂੰ ਪੁੱਛ ਲਓ ਸਾਡੇ ਗੁਆਂਢ 'ਚ ਕੀ ਹੋ ਰਿਹਾ, ਗੁਆਂਢੀ ਮੁਲਕ 'ਚ ਕੌਣ ਰਾਸ਼ਟਰਪਤੀ ਆ, ਕੀ ਉਸ ਇਸ ਵੇਲੇ ਲੰਕਾ 'ਚ ਕੀ ਚੱਲ ਰਿਹਾ, ਵਰਲਡ ਦੇ ਵਿੱਚ ਹੋਰ ਕੀ ਆ, ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ। ਉਹਨਾਂ ਦਾ ਪੂਰਾ ਧਿਆਨ ਆਪਣੇ ਪ੍ਰੋਫੈਸ਼ਨ 'ਚ ਹੁੰਦਾ। ਤੁਸੀਂ ਇੰਨੀ ਬਰੀਕੀ ਵਾਲੀ ਇੰਜੀਨੀਅਰਿੰਗ ਵੀ ਕੀਤੀ। ਵੈਸੇ ਬੇਸਿਕਲੀ ਮੈਂ ਵੀ ਇੰਜੀਨੀਅਰ ਆ, ਮੇਰਾ ਖੈਰ ਮੋਟਾ ਠੁੱਲਾ ਕੰਮ ਸਿਵਲ ਇੰਜੀਨੀਅਰ ਵਾਲਾ, ਕਈ ਬਾਲਟੇ ਵਾਲੀ ਸਾਡੀ ਸਿਵਲ ਇੰਜੀਨੀਅਰਿੰਗ ਆ। ਤੇ ਪੜ੍ਹਿਆ ਮੈਂ ਵੀ ਮਹਾਰਾਸ਼ਟਰ ਜੀ। ਮੈਂ ਡਿਗਰੀ ਆਪਣੀ ਔਰੰਗਾਬਾਦ ਤੋਂ ਕੀਤੀ ਸੀਗੀ ਤੇ ਮੈਂ ਡਿਪਲੋਮਾ ਆਪਣਾ ਥਾਪਰ ਤੋਂ ਕੀਤਾ ਸੀ। ਕੋ ਇਨਸੀਡੈਂਟ ਕਿ ਆਪਣਾ ਗੱਲ ਕਰ ਰਹੇ, ਮੈਂ ਔਰੰਗਾਬਾਦ ਪੜ੍ਹਿਆ ਜੀ। ਤੇ ਅੱਛਾ, ਉਹ ਹੁਣ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਟੈਕਨੀਕਲ ਫੀਲਡ, ਫਿਰ ਉਹਦੇ ਵਿੱਚ ਤੁਸੀਂ ਆਪਣਾ ਕੋਈ ਐਡਵਾਂਸਮੈਂਟ ਲਈ ਜਾਂ ਆਪਣੇ ਬਿਜ਼ਨਸ ਨੂੰ ਸੈਟਲ ਕੀਤਾ ਜਾਂ ਫਿਰ ਤੁਸੀਂ NGO ਦੇ ਰਾਹੀਂ ਹੀ ਦੂਜੇ ਕੰਮਾਂ ਦੇ ਵਿੱਚ ਜ਼ਿਆਦਾ ਇਨਵੋਲਵ ਹੋਏ? ਸੋ ਭਾਜੀ ਹਰੇਕ ਚੀਜ਼ 'ਚ ਦੇਖੋਗੇ ਨਾ, ਮਿਹਨਤ ਬਹੁਤ ਜ਼ਰੂਰੀ ਹੈ ਜੀ। ਬਿਲਕੁਲ, ਮਿਹਨਤ ਤੋਂ ਬਾਅਦ ਮੇਰੀ ਡਿਗਰੀ ਤੋਂ ਬਾਅਦ ਮਿਹਨਤ ਇੱਕ ਬੇਸ ਪੁਆਇੰਟ ਹੈ ਤੁਹਾਡਾ। ਮੈਂ ਉੱਪਰ ਵਾਲੀ ਦੀ ਬਖਸ਼ਿਸ਼ ਰਹੀ ਹੈ ਕਿ ਮੈਂ ਕਈ ਨਈ ਕਾਢਾਂ 'ਚ ਮੈਂ ਇਨਵੋਲਵ ਰਿਹਾ। ਅੱਜ ਤੁਸੀਂ ਕਾਰ ਚਲਾਉਂਦੇ ਹੋਗੇ ਤਾਂ ਕਾਰ ਵਿੱਚ 에ਅਰ ਬੈਗ ਆ। 에ਅਰ ਬੈਗ ਨੂੰ ਇੱਕ ਚਿਪ ਕੰਟਰੋਲ ਕਰਦੀ ਹੈ, ਐਕਸੈਲਰੋਮੀਟਰ ਚਿਪ। ਜਦੋਂ ਕਾਰ ਨੂੰ ਇੰਪੈਕਟ ਹੁੰਦਾ ਤਾਂ ਉਹ 에ਅਰ ਬੈਗ ਨਿਕਲਦਾ ਹੈ, ਤਾਂ ਉਹ ਚਿਪ ਹੀ ਦੱਸਦੀ ਕਿ 에ਅਰ ਬੈਗ ਨੂੰ ਹੁਣ ਤੁਸੀਂ ਨਿਕਲ ਜਾਓ। ਕਿੰਨੀ ਵੱਡੀ ਜਰਕ ਦੇ ਉੱਤੇ ਉਹਨੂੰ ਖੁੱਲਣਾ ਚਾਹੀਦਾ, ਉਹਦੀ ਕੋਈ ਪੂਰੀ ਕੈਲਕੂਲੇਸ਼ਨ ਉਹਦਾ। ਤਾਂ ਉਹ ਜਿਹੜੀ ਟੀਮ ਨੇ ਕੱਢਿਆ ਸੀਗਾ, ਮੈਂ ਉਹ ਟੀਮ ਸੀਗਾ। ਕੀ ਬਾਤ, ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਉਸ ਤੋਂ ਬਾਅਦ ਮੈਂ ਸਫ਼ਰ ਤੁਹਾਨੂੰ ਦੱਸਦਾ ਹਾਂ ਕਿ ਉਸ ਤੋਂ ਬਾਅਦ ਮੈਂ ਇਜ਼ਰਾਈਲ 2 ਸਾਲ ਰਿਹਾ। ਇਜ਼ਰਾਈਲ ਵਿੱਚ ਅਸੀਂ ਵਰਲਡ ਦਾ ਪਹਿਲਾ ਸਿਸਟਮ ਫੁੱਲੀ ਆਟੋਮੇਟਿਡ ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪ, ਜਿਹੜੇ ਤੁਹਾਡੇ ਬਾਲਾਂ ਤੋਂ ਡਾਇਮੈਂਸ਼ਨ ਤੋਂ ਵੀ ਘੱਟ ਮੈਜ਼ਰਮੈਂਟਸ ਕਰ ਸਕਦਾ ਹੈ, ਉਹ ਅਸੀਂ ਕੱਢਿਆ 2 ਸਾਲ ਦੇ ਅੰਦਰ ਅੰਦਰ। ਉਹ ਜਦੋਂ ਕੱਢਿਆ, ਪਹਿਲੇ ਹੀ 1.5 ਸਾਲ ਦੇ ਅੰਦਰ 90% ਮਾਰਕੀਟ ਸ਼ੇਅਰ ਅਸੀਂ ਲੈ ਲਿਆ। ਤਾਂ ਰੱਬ ਵੱਲੋਂ ਉੱਪਰ ਵਾਲੇ ਦੀ ਮਿਹਰ ਰਹੀ ਹੈ ਕਿ ਉਹ ਵੀ ਕਾਰਡ ਜਿਹੜੀ ਸੀਗੀ ਕਾਫੀ ਸਕਸੈਸਫੁਲ ਰਹੀ। ਅੱਛਾ, ਇਹੜਾ ਬਲਜੀਤ ਜੀ ਟੀਮ ਵਰਕ ਆ, ਲਾਈਕ ਮਾਈਂਡਡ ਬੰਦਿਆਂ ਦਾ ਲੱਭਣਾ, ਜਾਂ ਤੇ ਹੋਏ ਇੱਕ ਪ੍ਰੋਫੈਸ਼ਨ 'ਚ ਕੋਈ ਬੰਦਾ ਕੰਮ ਕਰਦਾ, ਕਿਸੇ ਦੀ ਜੌਬ ਕਰਦਾ, ਕਿਸੇ ਲਈ ਕੰਮ ਕਰਦਾ, ਉੱਥੇ ਤੇ ਤੁਹਾਨੂੰ ਕਰਨਾ ਹੀ ਹੁੰਦਾ। ਜਿੱਦਾਂ ਤੁਸੀਂ ਕਹਿੰਦੇ ਹੋ ਇਨੋਵੇਸ਼ਨ ਵਾਲੇ ਪਾਸੇ ਤੁਹਾਡਾ ਬਹੁਤ ਜ਼ਿਆਦਾ ਦਿਲਚਸਪੀ ਵੀ ਆ ਔਰ ਕੰਮ ਵੀ ਕੀਤਾ, ਉਹ 'ਚ ਤੁਸੀਂ ਨਵੀਆਂ ਚੀਜ਼ਾਂ ਵੀ ਲਿਆਂਦੀਆਂ ਸਾਹਮਣੇ। ਉਹਦੇ ਲਈ ਫਿਰ ਤੁਹਾਨੂੰ ਲਾਈਕ ਮਾਈਂਡਡ ਬੰਦੇ, ਟੀਮ ਕਿੱਦਾਂ ਪੈਦਾ ਹੁੰਦੀ ਸੀ? ਟੀਮ ਨੂੰ ਲੀਡ ਕਰਨਾ, ਟੀਮ ਨੂੰ ਬਣਾਉਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ।
ਬਿਲਕੁਲ ਭਾਜੀ, ਟੀਮ ਤਾਂ ਜਿੱਥੇ ਵੀ ਤੁਸੀਂ ਜਾਓ, ਘਰ ਵੀ ਇੱਕ ਟੀਮ ਹੈਗੇ, ਤੁਹਾਡੇ ਫੈਮਿਲੀ ਮੈਂਬਰ ਵੀ ਟੀਮ ਹੈ, ਜੀ। ਤੁਹਾਡੇ ਯਾਰ ਦੋਸਤ ਵੀ ਤੁਹਾਡੇ ਟੀਮ ਹੈ, ਕੰਮ ਵੀ ਟੀਮ ਹੈ, ਬਿਲਕੁਲ ਹਰੇਕ ਚੀਜ਼ 'ਚ ਹੀ ਤੁਹਾਡਾ ਇਹ ਟੀਮ ਵਰਕ ਹੈਗਾ। ਹਾਂ, ਸਮਝ ਸਕਦੇ ਹਾਂ ਜੀ। ਤਾਂ ਇੱਕ ਮੈਂ ਕਿਤਾਬ ਲਿਖੀ ਹੈਗੀ ਹੈ, ਉਹ ਕਿਤਾਬ ਦਾ ਨਾਮ ਹੈਗਾ ਮਾਈ ਐਕਸਪੈਰੀਮੈਂਟਸ ਵਿਦ ਇਨੋਵੇਸ਼ਨ। ਜੀ। ਜੇ ਤੁਸੀਂ, ਉਹ ਹੈ ਹੀ ਕਿਤਾਬ, ਪਹਿਲਾਂ ਤੁਸੀਂ ਆਪਣੇ ਆਪ ਨੂੰ ਸਮਝੋ। ਜੇ ਤੁਸੀਂ ਆਪਣੇ ਆਪ ਨੂੰ ਸਮਝੋਗੇ, ਤੁਹਾਡੇ ਟੀਮ ਮੈਂਬਰ ਨੂੰ ਤੁਸੀਂ ਸਮਝ ਪਾਓਗੇ ਬੈਟਰ। ਜਦੋਂ ਤੁਸੀਂ ਆਪਣੇ ਨੂੰ ਸਮਝ ਕੇ ਟੀਮ ਮੈਂਬਰ ਨੂੰ ਸਮਝ ਲਿਆ, ਤੁਸੀਂ ਕੋਈ ਵੀ ਮਿਸ਼ਨ ਅਚੀਵ ਕਰ ਸਕਦੇ ਹੋ। ਗੁੱਡ, ਬਹੁਤ ਵਧੀਆ ਆਈਡੀਆ ਜੀ। ਪਰ ਮੈਂ ਤੁਹਾਡੀ ਕਿਤਾਬ ਦਾ ਨਾਮ, ਮੇਰੇ ਜੋ ਤੁਸੀਂ ਪਹਿਲਾਂ ਦੱਸਿਆ ਮੈਨੂੰ ਆਫ ਦੀ ਏਅਰ ਹੀ ਆਪਾਂ ਗੱਲ ਕਰ ਰਹੇ ਸੀਗੇ, ਮੈਨੂੰ ਇੱਕਦਮ ਸਟ੍ਰਾਈਕ ਕੀਤੀ ਮਹਾਤਮਾ ਗਾਂਧੀ ਦੀ ਕਿਤਾਬ। ਬਿਲਕੁਲ ਉਹਨਾਂ ਦਾ ਟਾਈਟਲ ਵੀ ਵਿਦ ਟਰੁੱਥ ਸੀਗਾ, ਤੁਹਾਡਾ ਸੀਗਾ ਵਿਦ ਐਕਸਪੈਰੀਮੈਂਟ। ਹਾਂਜੀ, ਨਹੀਂ ਉਹਨਾਂ ਦਾ ਵੀ ਨਾਮ ਹੈ ਮਾਈ ਐਕਸਪੈਰੀਮੈਂਟ ਵਿਦ ਟਰੁੱਥ। ਹਾਂਜੀ, ਉਹਨਾਂ ਦਾ ਕਿਤਾਬ ਦਾ ਨਾਮ ਹੈਗਾ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ। ਤਾਂ ਮੇਰੀ ਕਿਤਾਬ ਦਾ ਨਾਮ ਹੈਗਾ ਮਾਈ ਐਕਸਪੈਰੀਮੈਂਟਸ ਵਿਦ ਇਨੋਵੇਸ਼ਨ। ਅੱਛਾ, ਵਿਦ ਇਨੋਵੇਸ਼ਨ। ਤਾਂ ਤੁਸੀਂ ਦੇਖੋਗੇ ਕਿ ਕਿਤਾਬ ਦੇ ਕਵਰ ਦੇ ਉੱਪਰ ਐਨਕਾਂ ਬੜੀਆਂ, ਹਾਂਜੀ, ਉਹ ਗਾਂਧੀ ਜੀ ਦੀ ਐਨਕਾਂ ਹੈ। ਮੈਂ ਤੁਹਾਡੇ ਕਾਰਡ ਦੀ ਵੇਖ ਰਿਹਾ ਸੀਗਾ। ਹਾਂਜੀ, ਕਾਰਡ ਦੇ ਉੱਤੇ ਮੈਂ ਦੇਖਿਆ ਤੁਹਾਡੇ ਉਹ, ਮੈਂ ਸ਼ਾਇਦ ਇਹ ਸਵਾਲ ਵੀ ਕਰਦਾ ਕਿ ਤੁਸੀਂ, ਮੈਂ ਕਿਹਾ ਸ਼ਾਇਦ ਇਹ ਕੋਈ ਮਾਈਕਰੋਚਿਪਸ ਨੂੰ ਦੇਖਣ ਲਈ ਤੁਸੀਂ ਉਹ ਜਿਹੜੀ ਹੁੰਦਾ ਨਾ ਟੈਲੀਸਕੋਪ ਜਾਂ ਉਹ ਖੁਰਦਬੀਨ ਵਾਲਾ ਕੰਮ, ਉਹਦੇ ਕਰਕੇ ਤੁਸੀਂ ਕੀਤੀਆਂ ਹੋਣਗੀਆਂ। ਸੋ ਬੇਸਿਕਲੀ ਉਹਨਾਂ ਦੇ ਉੱਪਰ ਦੇਖਿਆ ਜਾਏ, ਉਹਨਾਂ ਨੇ ਟਰੁੱਥ ਲਿਖਿਆ। ਟਰੁੱਥ ਕੀ ਹੁੰਦਾ ਹੈ? ਆਪਣੇ ਆਪ ਨੂੰ ਸੱਚਾਈ ਨਾਲ ਪਰਖਣਾ। ਤਾਂ ਮੈਂ ਐਨਕਾਂ ਹੀ ਬਣਾਈਆਂ ਹੈਗੀਆਂ। ਤਾਂ ਮੈਂ ਕਿਤਾਬ 'ਚ 6 ਐਲੀਮੈਂਟ ਲਿਖੇ ਹੈਗੇ ਆ। ਜੇ ਤੁਸੀਂ ਇਹ 6 ਐਲੀਮੈਂਟ ਨੂੰ ਤੁਸੀਂ ਸਮਝ ਲਓ ਪਹਿਲਾਂ, ਉਹ 6 ਐਲੀਮੈਂਟਸ ਤੁਸੀਂ ਕਿੱਥੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਸਮਝ ਲਓਗੇ। ਤਾਂ ਤੁਸੀਂ ਆਪਣੇ ਆਪ ਨੂੰ ਸਮਝ ਲਿਆ ਤਾਂ ਦੂਜੇ ਮੈਂਬਰਾਂ ਨੂੰ ਸਮਝ ਲਓਗੇ, ਫਿਰ ਤੁਸੀਂ ਕੋਈ ਵੀ ਮਿਸ਼ਨ, ਆਪਣਾ ਗੋਲ ਅਚੀਵ ਕਰ ਸਕਦੇ ਹੋ। ਇਜ਼ਰਾਈਲ ਜਾਣ ਦਾ ਸੁਭਾਗ ਕਿੱਦਾਂ ਮਿਲਿਆ? ਕੰਪਨੀ ਵੱਲੋਂ ਜਾਂ ਖੁਦ ਕੋਈ ਇੰਟਰਸਟ ਸੀ? ਕਿਉਂਕਿ ਇਜ਼ਰਾਈਲ ਦੀਆਂ ਜਿਹੜੀਆਂ ਖਾਸ ਕਰਕੇ ਅਚੀਵਮੈਂਟ ਹੈ ਨਾ ਟੈਕਨੋਲੋਜੀ 'ਚ, ਖਾਸ ਕਰਕੇ ਹੁਣ ਦੇਖੋ ਹੁਣੇ ਇੱਕ ਬੜੀ ਮਸ਼ਹੂਰ ਹੋਈ ਸੀ ਇੱਕ ਉਹਨਾਂ ਦੀ, ਉਹ ਜਿਹੜੀ ਇੰਡੀਅਨ ਗਵਰਨਮੈਂਟ ਨੇ ਗਵਰਨਮੈਂਟਾਂ ਨੂੰ ਵੇਚਦੇ ਸੀ, ਜਿਹਦੇ ਨਾਲ ਉਹ ਪ੍ਰਾਈਵੇਸੀ ਲੋਕਾਂ ਦੀ ਹੁੰਦੀ ਸੀ, ਮੇਰੇ ਜੇਨ 'ਚੋਂ ਨਿਕਲਿਆ ਉਹਦਾ ਨਾਂ। ਅਤੇ ਉਹ ਕਿਉਂਕਿ ਇਜ਼ਰਾਈਲ ਜਾਪਾਨ ਤੋਂ ਬਾਅਦ ਮੇਰੇ ਖਿਆਲ ਇਜ਼ਰਾਈਲ ਇੱਕ ਛੋਟਾ ਜਿਹਾ ਨਿੱਕਾ ਜਿਹਾ ਮੁਲਕ ਜਿਹਨੇ ਦੁਨੀਆ ਨੂੰ ਬਹੁਤ ਨਵੀਆਂ ਚੀਜ਼ਾਂ ਦਿੱਤੀਆਂ। ਜਿਸ ਤਰੀਕੇ ਨਾਲ ਫਲਸਤੀਨ ਨਾਲ, ਅਰਬਾਂ ਨਾਲ ਉਹਨਾਂ ਦਾ ਯੁੱਧ ਰਹਿੰਦਾ, ਬਾਰਡਰ ਦੇ ਉੱਤੇ ਜਿੱਦਾਂ ਉਹਨਾਂ ਨੇ ਟੈਕਨੀਕ ਡਿਵੈਲਪ ਕੀਤੀ ਆ, ਜਿਹੜੀ ਅੱਜ ਇੰਡੀਆ ਵੀ ਉਹਨਾਂ ਕੋਲ ਲੱਭ ਰਿਹਾ। ਅਤੇ ਕਿਉਂਕਿ ਆਪਾਂ ਤਾਂ ਉਹ ਬਾਰ ਹੀ ਲਾਈ ਗਏ ਆ ਸਿੱਧੇ ਹੋ ਕੇ, ਅਤੇ ਖਰਚਾ ਕਰੀ ਗਏ। ਅਤੇ ਉਹ ਕਹਿੰਦੇ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ, ਅਸੀਂ ਇਲੈਕਟ੍ਰੋਨਿਕ ਵਾਲ ਅਸੀਂ ਬਣਾ ਦਿੰਦੇ ਹਾਂ, ਨਾ ਉੱਥੋਂ ਕੋਈ ਚੀਜ਼ ਲੰਘੇਗੀ, ਜੇ ਕੋਈ ਲੰਘੂਗੀ ਤਾਂ ਪਤਾ ਲੱਗ ਜੂਗਾ। ਇਜ਼ਰਾਈਲ ਦਾ ਸੁਭਾਅ ਕਿੱਦਾਂ ਬਣਿਆ? ਸੋ ਭਾਜੀ, ਲਾਈਫ ਵਿੱਚ ਮੈਂ ਇਹੀ ਸਾਰਿਆਂ ਨੂੰ ਕਹਿੰਦਾ, ਮੈਂ ਅੱਗੇ ਦੀ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਕਹਿੰਦਾ ਹੈ, ਤੁਸੀਂ ਪੈਸੇ ਵੱਲ ਨਹੀਂ ਦੇਖਣਾ, ਤੁਸੀਂ ਜੌਬ ਵੱਲ ਵੀ ਨਹੀਂ ਦੇਖਣਾ ਹੈ। ਜਦੋਂ ਤੁਸੀਂ ਆਪਣਾ ਕਰੀਅਰ ਸਟਾਰਟ ਕਰਦੇ ਹੋ ਨਾ, ਜਿੱਥੇ ਤੁਹਾਨੂੰ ਉੱਪਰ ਵਾਲਾ ਲੈ ਜਾਂਦਾ ਨਾ, ਲੈ ਜਾਓ, ਅੱਖਾਂ ਬੰਦ ਕਰਕੇ ਚਲੇ ਜਾਓ। ਐਂਡ ਉਸ ਤਰ੍ਹਾਂ ਹੀ ਮੇਰਾ ਹੋਇਆ ਕਿ ਮੈਂ ਕੰਮ ਕਰ ਰਿਹਾ ਸੀਗਾ ਐਨਾਲੌਗ ਡਿਵਾਈਸਸ 'ਚ, ਉੱਥੋਂ ਦੀ ਅਪੋਰਚੁਨਿਟੀ ਲੱਭਦਾ ਮੈਂ ਕਿਹਾ ਕਿ ਕੁਝ ਨਵਾਂ ਕੀਤਾ ਜਾਏ ਹੁਣ। ਤਾਂ ਆਟੋਮੈਟਿਕਲੀ ਜਦੋਂ ਤੁਸੀਂ ਇੱਕ ਸੱਚੇ ਦਿਲ ਨਾਲ ਕੁਝ ਕੰਮ ਕਰਦੇ, ਲੋਕੀ ਦੇਖਦੇ ਆ, ਤੁਹਾਡਾ ਹਾਰਡ ਵਰਕ ਦੇਖਦੇ ਆ, ਉਹ ਆਪਣੇ ਆਪ ਹੀ ਤੁਹਾਡੇ ਕੋਲ ਅਪੋਰਚੁਨਿਟੀਜ਼ ਆਉਗੀਆਂ। ਤਾਂ ਉਸੇ ਤਰ੍ਹਾਂ ਮੇਰੇ ਨਾਲ ਹੋਇਆ ਕਿ ਮੈਨੂੰ ਇਹ ਕੰਪਨੀ ਸੀ, ਇਹਦਾ ਨਾਂ ਸੀ ਓਪਾਲ ਕਰਕੇ। ਤਾਂ ਉਹਨਾਂ ਨੇ ਮੈਨੂੰ ਲੱਭਿਆ, ਮੈਨੂੰ ਅਪਰੋਚ ਕੀਤਾ ਕਿ ਬਈ ਤੂੰ ਸਾਨੂੰ ਜੁਆਇਨ ਕਰ ਲਾ, ਐਂਡ ਅਸੀਂ ਇਹ ਨਵਾਂ ਪ੍ਰੋਡਕਟ ਕੱਢ ਰਹੇ ਹਾਂ, ਤੈਨੂੰ ਸ਼ਰਤ ਇਹ ਹੈ ਕਿ ਇਜ਼ਰਾਈਲ ਆ ਕੇ ਰਹਿਣਾ ਪਊਗਾ। ਤਾਂ ਮੈਂ ਇੰਡੀਆ ਤੋਂ ਅਮਰੀਕਾ ਆਇਆ ਸੀਗਾ, ਤਾਂ ਮੈਂ ਇਹ ਨਹੀਂ ਦੇਖਿਆ ਕਿ ਹੁਣ ਅਮਰੀਕਾ ਆ ਗਏ ਤਾਂ ਇੱਥੋਂ ਦੇ ਮੇਰੇ ਦਰਵਾਜ਼ੇ ਬੰਦ ਹੋ ਜਾਊਗੇ ਜਾਂ ਕਿਆ ਹੋਊਗਾ। ਮੈਂ ਅੱਖ ਬੰਦ ਕਰਕੇ ਕਿਹਾ ਮੈਂ ਕੁਝ ਸਿੱਖਣ ਨੂੰ ਮਿਲੂਗਾ, ਮੈਂ ਅੱਖ ਬੰਦ ਕਰਕੇ ਇਜ਼ਰਾਈਲ ਪਹੁੰਚ ਗਿਆ। ਤੁਸੀਂ ਉਹ ਸਿਟੀਜ਼ਨ ਸੀ? ਨਹੀਂ, ਅਮਰੀਕਾ ਦੇ ਸਿਟੀਜ਼ਨ, ਗ੍ਰੀਨ ਕਾਰਡ ਹੋਲਡਰ ਹੋ ਗਏ? ਗ੍ਰੀਨ ਕਾਰਡ ਹੋਲਡਰ ਸੀ। ਅੱਛਾ, ਫਿਰ ਤੁਸੀਂ ਇਜ਼ਰਾਈਲ ਗਏ। ਖੈਰ, ਇਜ਼ਰਾਈਲ ਦੇ ਤੇ ਅਮਰੀਕਾ ਦੇ ਵਧੀਆ ਸੰਬੰਧ ਹੋਣ ਕਰਕੇ ਸ਼ਾਇਦ ਤੁਹਾਨੂੰ ਕੋਈ ਦਿੱਕਤ ਨਾ ਆਈ ਹੋਵੇ ਇਸ ਕੰਮ ਮਾਮਲੇ ਦੇ ਵਿੱਚ। ਨਹੀਂ ਤਾਂ ਕਈ ਵਾਰ ਹੁੰਦਾ ਹੈ ਕਿ ਕੋਈ ਕੰਟਰੀ ਜਿਸ ਤਰ੍ਹਾਂ, ਜੇ ਸਪੋਜ਼ ਤੁਸੀਂ ਰਸ਼ੀਆ ਜਾ ਕੇ ਕੰਮ ਇਹੋ ਇਨੋਵੇਸ਼ਨ ਦਾ ਕਰਦੇ, ਤੇ ਸ਼ਾਇਦ ਤੁਹਾਡੇ ਲਈ ਦਿੱਕਤਾਂ ਹੁੰਦੀਆਂ ਅੱਗੇ ਫੀਲਡ 'ਚ। ਭਾਜੀ, ਦਿੱਕਤਾਂ ਤਾਂ ਇਹ ਚੈਲੰਜਸ ਹੁੰਦੀਆਂ, ਦਿੱਕਤਾਂ ਵੀ ਨਹੀਂ, ਆਈ ਵੁੱਡ ਸੇ ਚੈਲੰਜਸ ਨੂੰ ਤੁਸੀਂ ਹੱਲ ਕੱਢਣਾ ਹੈ। ਲਾਈਫ ਇਜ਼ ਆਲ ਅਬਾਊਟ ਚੈਲੰਜਸ। ਨੈਚੁਰਲੀ, ਜੇ ਤੁਸੀਂ ਚੈਲੰਜ ਨਹੀਂ ਬਣੋਗੇ ਤੁਸੀਂ ਸਿੱਖੋਗੇ ਕਿੱਦਾਂ? ਜੀ। ਅੱਛਾ, ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਨਾ ਜੌਬ ਦੇ ਵਿੱਚ, ਤੇ ਅਪਰਚੁਨਿਟੀ ਆਈ ਤੇ ਕਿਸੇ ਨੇ ਗ੍ਰੈਬ ਕਰ ਲਈ, ਜਿਹੜਾ ਤੁਸੀਂ ਕਹਿੰਦੇ ਨਾ ਰਿਸਕ ਲੈ ਕੇ ਬੱਚਿਆਂ ਨੂੰ ਵੀ ਕਹਿ ਰਹੇ ਹੋ, ਆਉਣ ਵਾਲੀ ਜਨਰੇਸ਼ਨ ਨੂੰ ਵੀ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਸੋਚਣਾ ਨਹੀਂ ਵੀ ਕੀ ਆ, ਅਪਰਚੁਨਿਟੀ ਆਈ ਤੇ ਤੁਸੀਂ ਉੱਥੇ ਪਹੁੰਚ ਜਾਣਾ। ਸੋ ਪਹਿਲਾਂ ਕੀ ਹੁੰਦਾ ਨਾ, ਅੱਜ ਕੱਲ ਮੈਂ ਦੇਖਦਾ ਇਹ ਰਿਸਕ ਫੈਕਟਰ ਵੀ ਬੜਾ ਵੱਡਾ ਹੁੰਦਾ ਸਰ ਇਹ 'ਚ। ਨਹੀਂ, ਜਿਹੜੇ ਤੁਹਾਡੇ ਕਾਲਜ ਤੋਂ ਬਾਅਦ ਜਿਹੜੇ 10 ਸਾਲ ਹੈਗੇ, 15 ਸਾਲ ਹੈਗੇ ਨਾ, ਤੁਸੀਂ ਰਿਸਕ ਲੈ ਸਕਦੇ ਹੋ।
ਕਿਉਂਕਿ ਯੰਗ ਹੋ ਤੁਸੀਂ। ਹੁਣ ਉਸ ਜਿਹੜੇ 10 ਸਾਲ ਹੈ ਨਾ, ਤੁਸੀਂ ਪੈਸੇ ਤੇ ਫੋਕਸ ਕਰ ਲਿਆ ਤਾਂ ਫਿਰ ਤੁਹਾਡਾ ਡਾਇਰੈਕਸ਼ਨ ਲਾਈਫ ਮਾਈਂਡਸੈਟ ਉਦਾਂ ਹੋ ਜਾਏਗਾ, ਮਾਈਂਡਸੈਟ ਉਦਾਂ ਹੋ ਜਾਏਗਾ ਸਾਰਾ। ਜਦੋਂ ਤੁਸੀਂ ਕਾਲਜ ਤੋਂ ਗ੍ਰੈਜੂਏਟ ਹੁੰਦੇ ਹੋ, ਅਗਲੇ 10-15 ਸਾਲ ਤੁਹਾਡੀ ਉਮਰ ਹੈ ਰੈਸਟ ਲੈਣ ਦੀ, ਤੁਸੀਂ ਉਸ ਟਾਈਮ ਨਹੀਂ ਲਿਆ, ਫਿਰ ਕਦੋਂ ਲਓਗੇ? ਮੈਨੂੰ ਲੱਗਦਾ ਮੋਟੀਵੇਸ਼ਨਲ ਸਪੀਚ ਵਗੈਰਾ ਵੀ ਤੁਸੀਂ ਕਾਫੀ ਐਕਸਪਰਟ ਲੱਗਦੇ ਹੋ। ਮੋਟੀਵੇਸ਼ਨਲ, ਚਲੋ ਅੱਛੀ ਗੱਲ ਹੈ ਜੀ। ਸਾਡੇ ਚੈਨਲ ਰਾਹੀਂ, ਸਾਡੇ ਪ੍ਰੋਗਰਾਮ ਰਾਹੀਂ ਅਗਰ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਮੈਸੇਜ ਦੇ ਸਕੀਏ ਤੇ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਆ। ਅੱਛਾ ਬਲਜੀਤ ਜੀ, ਮੈਂ ਇੱਕ ਸਵਾਲ ਪਹਿਲਾਂ ਕਰਨਾ ਚਾਹੀਦਾ ਸੀ, ਭੁੱਲ ਗਿਆ। ਤੁਹਾਡੀ ਐਜੂਕੇਸ਼ਨ ਬੰਬੇ ਦੀ ਹੋਈ, ਜ਼ਰੂਰ ਪਿੰਡ ਆਪਣਾ ਦਾ ਨਾਂ ਸਾਡੀ ਜ਼ਿੰਦਗੀ ਭਰ ਨਾਂ ਚੱਲਦਾ। ਅੱਜ ਵੀ ਜੇ ਮੈਂ ਤੁਹਾਨੂੰ ਪੁੱਛਦਾ ਤੁਸੀਂ ਕਿੱਥੋਂ, ਤੁਸੀਂ ਕਿਹਾ ਜਲੰਧਰ ਤੋਂ, ਮੇਰਾ ਅਗਲਾ ਸਵਾਲ ਹੋਣਾ ਸੀ ਤੁਹਾਡਾ ਪਿੰਡ ਕਿਹੜਾ, ਕਿਉਂਕਿ ਪਿੰਡਾਂ ਨਾਲ ਖਾਸ ਕਰਕੇ ਆਪਣੇ ਕਲਚਰ ਨਾਲ ਅਸੀਂ ਬਹੁਤ ਜੁੜੇ ਹੋਏ, ਨੇੜਿਓ ਪੰਜਾਬੀ ਜਿੰਨੇ ਆਪਣੇ ਕਲਚਰ ਨਾਲ ਜੁੜੇ ਹੋਏ, ਸ਼ਾਇਦ ਹੀ ਕੋਈ ਸਾਡੀਆਂ 22-23 ਸਟੇਟਾਂ 'ਚੋਂ ਹੋਰ ਉਸ ਤਰੀਕੇ ਨਾਲ ਜੁੜਿਆ ਹੋਵੇ। ਬੰਬੇ 'ਚ ਰਹਿੰਦਿਆਂ ਪੰਜਾਬੀ ਲੈਂਗੁਏਜ ਨਾਲ ਜੁੜ ਕੇ ਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਤੁਹਾਡੇ ਪਾਪਾ ਨੇ ਤਾਂ ਗੱਲ ਕਰ ਲਈ, ਤੇ ਤੁਸੀਂ ਵੀ ਲਗਭਗ ਮੈਨੂੰ ਲੱਗਦਾ ਅੱਗੇ ਫੀਲਡ ਇਸ 'ਚ ਆਏ, ਅੱਗੇ ਆ ਕੇ ਉਹ ਵੀ ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਸਾਡੇ ਨਾਲ। ਸੋ ਕੀ ਕਹਿੰਦੇ ਕਿ ਆਪਾਂ ਤੁਹਾਡੀ ਜਿਹੜੀ ਹੋਂਦ ਹੈ, ਜਿਹੜੀ ਤੁਹਾਡੀ ਐਗਜ਼ਿਸਟੈਂਸ ਹੈਗੀ ਹੈ, ਇੱਕ ਸ਼ੁਰੂ ਹੁੰਦੀ ਹੈ ਜਿੱਥੋਂ ਮਾਪਿਓ ਤੋਂ। ਜਿਹੜਾ ਤੁਹਾਡਾ ਜੜ ਹੈਗਾ ਉਹ ਤੁਹਾਡੇ ਪੇਰੈਂਟਸ ਹੈਗੇ ਆ, ਤਾਂ ਤੁਹਾਡਾ ਕਲਚਰ ਆ, ਤੁਹਾਡੀ ਹਿਸਟਰੀ ਹੈ। ਬਾਕੀ ਜਿਹੜੀ ਤੁਹਾਡੀ ਚੀਜ਼ਾਂ ਹੈਗੀਆਂ, ਤੁਸੀਂ ਉੱਥੇ ਬੌਰਨ ਹੋਏ, ਤੁਹਾਡਾ DNA ਆ ਉਹ, ਠੀਕ ਹੈ ਜੀ। ਬਾਕੀ ਤੁਹਾਡੀ ਜਿਹੜੀ ਲਾਈਫ 'ਚ ਹੈ, ਤੁਸੀਂ ਐਜੂਕੇਟ ਹੋ ਰਹੇ ਆ, ਤੁਹਾਨੂੰ ਮਿਲ ਰਹੀ ਹੈ, ਭਾਵੇਂ ਉਹ ਕੈਮਿਸਟਰੀ ਹੋ, ਮੈਥ ਹੋ ਵਗੈਰਾ, ਬਟ ਜਿਹੜਾ ਤੁਹਾਡਾ DNA ਬਣਿਆ ਹੈਗਾ ਉਹ ਤੁਹਾਡੇ ਪੇਰੈਂਟਸ ਕਰਕੇ ਬਣਿਆ ਹੈਗਾ। ਤੁਸੀਂ ਕਿਸ ਲੋਕੇਸ਼ਨ 'ਚ ਬੌਰਨ ਹੋ ਗਏ ਆ, ਕਿਹੜਾ ਟਾਈਮ ਹੈਗਾ, ਤਾਂ ਤੁਹਾਡੀ ਪਿੱਛੇ ਕਨੈਕਸ਼ਨ, ਤੁਹਾਡਾ ਜਿੱਥੇ ਰੂਟਸ ਕਿੱਥੇ ਹੈ। ਬਹੁਤ ਇੰਪੋਰਟੈਂਟ ਗੱਲ ਕਹਿ ਰਹੇ ਹੋ ਤੁਸੀਂ, ਬਹੁਤ ਵੱਡੀ ਗੱਲ ਵੀ ਕਹਿ ਰਹੇ ਹੋ। ਔਰ ਜਿਹੜਾ ਕਲਚਰ ਹੈ ਉਹਦਾ, ਮੈਂ ਸਮਝਦਾ ਕਿ ਧਰਮ ਆਪਣੇ ਆਪ 'ਚ ਇੱਕ ਵੱਡੀ ਚੀਜ਼ ਹੋ ਸਕਦਾ ਹੈ। ਜਿਹੜਾ ਸਾਡਾ ਰਿਲੀਜਨ ਹੈ ਨਾ, ਉਹ ਵੀ ਇੱਕ ਵਾਈਡ ਜੇ ਕੈਨਵਸ 'ਤੇ ਵੇਖੀਏ ਤਾਂ ਉਹ ਸਾਡੇ ਕਲਚਰ ਦਾ, ਸੱਭਿਆਚਾਰ ਦਾ ਹੀ ਪਾਰਟ ਹੈ। ਉਹ ਵੀ ਇੱਕ ਜੀਵਨ ਜਾਚ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਸਮਾਜ 'ਚ ਅਸੀਂ ਕਿਸ ਤਰ੍ਹਾਂ ਰਹਿਣਾ। ਔਰ ਬਾਈ ਚਾਂਸ ਜਿਹੜੇ ਆਪਾਂ ਲੋਕ ਸਿੱਖ ਫੈਮਲੀਆਂ 'ਚ ਪੈਦਾ ਹੁੰਦੇ ਆ, ਉਹਨਾਂ ਨੂੰ ਇਹ ਗੋਡ ਗਿਫਟਡ ਇਹ ਚੀਜ਼, ਸਾਨੂੰ ਇਹ ਜਿਹੜਾ ਤੁਸੀਂ DNA ਸ਼ਬਦ ਵਰਤਿਆ, ਸ਼ਾਇਦ ਉਹਦੇ 'ਚ ਹੀ ਮਿਲ ਜਾਂਦੀ ਹੈ। ਇਹ ਤਾਂ ਭਾਜੀ ਅਸੀਂ ਤਾਂ ਉੱਪਰ ਵਾਲੇ ਦਾ ਰੋਜ਼ ਹੀ ਸ਼ੁਕਰਾਨਾ ਕਰੀਏ ਕਿ ਅਸੀਂ ਇੱਕ ਖਾਲਸੇ ਪੈਦਾ ਹੋਏ। ਮੇਰਾ ਸਰੂਪ ਨਹੀਂ ਹੈ ਖਾਲਸੇ ਦਾ, ਮਗਰ ਅੰਦਰੋਂ ਮੈਂ ਪੂਰਾ ਹੈ। ਬਿਲਕੁਲ, ਇਹ ਮੈਂ ਤੁਹਾਨੂੰ ਕਹਿ ਸਕਦਾ, ਕਿਉਂਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਮੇਰੀ ਸੋਚ ਦਾ। ਲਾਈਫ ਵਿੱਚ ਇੱਕੋ ਇੱਕ ਚੀਜ਼ ਹੈ ਜਿਹੜੀ ਪੂਰੀ ਖਰੀ ਹੈ, ਉਹ ਹੈਗਾ ਡਾਇਮੰਡ, ਠੀਕ ਹੈ ਜੀ। ਕੋਹਿਨੂਰ ਦਾ ਜਿਹੜਾ ਡਾਇਮੰਡ ਹੈ, ਅੱਜ ਵੀ ਆਪਾਂ ਮੰਨਦੇ ਹਾਂ ਕਿ ਕਾਫੀ ਇੱਕੋ ਹੀ ਇੱਕ ਜੈਮ ਹੈ ਜਿਹੜਾ ਇੰਨਾ ਵੱਡਾ ਹੈਗਾ ਤਾਂ ਖਰਾ ਹੈ, ਪਿਓਰ ਹੈ। ਉਹ ਕਿਉਂ ਪਿਓਰ ਹੈ? ਕਿਉਂਕਿ ਉਹ ਇੱਕ ਸਿੰਗਲ ਐਲੀਮੈਂਟ ਨਾਲ ਬਣਿਆ ਹੈਗਾ। ਉਹ ਐਲੀਮੈਂਟ ਕਿਹੜਾ ਹੈ? ਕਾਰਬਨ, ਠੀਕ ਹੈ ਜੀ। ਜਦੋਂ ਤੁਸੀਂ ਦੇਖੋਗੇ ਆਪਣੇ ਆਲੇ ਦੁਆਲੇ ਹਰੇਕ ਚੀਜ਼, ਲੱਕੜ ਹੋਇਆ, ਗਲਾਸ ਹੋਇਆ, ਆਪਣੇ ਕੱਪੜੇ ਹੋਏ, ਸਾਡੀ ਬੋਡੀ ਦੇ ਅੰਦਰ ਹੋਇਆ, ਇਹ ਅਸੀਂ ਕਾਰਬਨ ਦੇ ਬਣੇ ਆ, ਠੀਕ ਹੈ ਜੀ। ਜਦੋਂ ਕਾਰਬਨ ਧਰਤੀ ਦੇ ਅੰਦਰ ਜਾਂਦਾ ਹੈਗਾ, ਇੰਨੇ 100 ਮੀਲ ਥੱਲੇ ਜਾਂਦਾ ਹੈਗਾ, ਤਪ ਨਾ, ਹੀਟ ਨਾ, ਪ੍ਰੈਸ਼ਰ ਨਾ, ਤਾਂ ਉਹ ਕਾਰਬਨ ਕਨਵਰਟ ਹੁੰਦਾ ਹੈ ਇੱਕ ਹੀਰੇ ਨੂੰ, ਜੈਮ ਜੀ। ਜਿਹੜਾ ਡਾਇਮੰਡ ਹੈ, ਇਟ ਇਜ਼ ਅ ਸਿੰਗਲ ਜੈਮ ਦੈਟ ਇਜ਼ ਮੇਡ ਆਊਟ ਆਫ ਸਿੰਗਲ ਐਲੀਮੈਂਟ, ਕਾਰਬਨ, ਓਨਲੀ ਕਾਰਬਨ। ਹਾਂ, ਜਦੋਂ 99.95% ਪਿਓਰ ਹੁੰਦਾ ਹੈ, ਆਪਾਂ ਉਹਨੂੰ ਡਾਇਮੰਡ ਕਹਿੰਦੇ ਆ। ਜਿਹੜੀ 0.05% ਹੈਗੀ ਹੈ ਇੰਪਿਓਰਿਟੀ, ਉਹ ਉਹਨੂੰ ਕਲਰ ਦਿੰਦੀ ਹੈ, ਤਾਂ ਕਰਕੇ ਡਾਇਮੰਡ ਦੇ ਕਲਰ ਅਲੱਗ-ਅਲੱਗ ਹੈ। ਉਸੇ ਤਰ੍ਹਾਂ ਆਪਾਂ ਨੂੰ ਜਿਹੜੇ ਖਾਲਸੇ ਬਣਾਏ ਹੈਗੇ ਆ, ਹਾਂ, ਖਾਲਸੇ ਹੈਗੇ ਪਿਓਰ ਜੀ, ਨਾ ਹੀ ਖਾਲਸ ਹੈ। ਹਾਂ, ਬਿਲਕੁਲ ਠੀਕ ਹੈ ਜੀ। ਸੋ ਆਪਾਂ ਪਿਓਰ ਬਣੇ ਹੈ। ਆਪਣੀ ਜਿਹੜੀ ਹੈਗੀ ਹੈ, ਆਪਣਾ ਗੁਰੂ ਗ੍ਰੰਥ ਸਾਹਿਬ ਹੈਗਾ ਹੈ, ਜੇ ਤੁਸੀਂ ਉਹਦਾ ਨਿਚੋੜ ਕਰਕੇ ਕੁਝ ਸਿੱਖੋਗੇ ਨਾ, ਇਹ ਜੀਵਨ ਨੂੰ ਜੀਣ ਦੀ ਜਾਂਚ ਹੈ। ਬਿਲਕੁਲ ਧਰਮ ਤੋਂ ਵੀ ਅੱਗੇ ਚੱਲ ਕੇ ਜ਼ਿੰਦਗੀ ਨੂੰ ਸਹੀ ਰਾਹ ਤੇ ਲੋਕੀ ਆਪਾਂ ਮਿਕਸ ਕਰਦੇ ਆ। ਦੇਰੀ ਕਾਫੀ ਡਿਸਕਸ਼ਨ ਹੁੰਦੀ ਹੈ, ਪੋਲੀਟੀਕਲ ਹੋ ਜਾਂਦੀ ਹੈ, ਬਟ ਆਪਾਂ ਦੂਰ ਰਹੀਏ। ਇਹ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਚੀਜ਼ ਹੈਗੀ ਹੈ, ਇਹ ਜੀਣ ਦੀ ਜਾਂਚ ਹੈ। ਬਿਲਕੁਲ ਸਹੀ ਤੁਸੀਂ ਜਿਹੜੀ ਆ ਉਹਦੀ ਪਰਿਭਾਸ਼ਾ ਦੇ ਰਹੇ ਹੋ। ਅੱਛਾ ਬਲਜੀਤ ਜੀ, ਫਿਰ ਹੁਣ ਆਪਣੇ ਅਗਲੇ ਸਫ਼ਰ ਦੀ ਗੱਲ ਕਰੀਏ। 'ਚ 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 '
ਤੁਸੀਂ ਜਿੱਦਾਂ ਦੱਸਿਆ ਮੈਂ ਸ਼ੁਰੂ 'ਚ ਹੀ ਆਪਣੇ ਦਰਸ਼ਕਾਂ ਨੂੰ ਕਿ ਬਹੁਤ ਪੱਕੀ ਸ਼ਖਸੀਅਤ ਨੇ, ਤੁਸੀਂ ਜਾਣ ਹੀ ਗਏ ਹੋਗੇ ਉਹਨਾਂ ਦੀ ਇਨੋਵੇਸ਼ਨ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਦੋ ਚਾਰ ਕੀਤੀਆਂ ਸਾਡੇ ਨਾਲ। ਸਮੇਂ ਦੀ ਉਨੀ ਕਿ ਸਾਡਾ ਦਾਇਰਾ ਹੁੰਦਾ ਸੀਮਤ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸ਼ਾਇਦ ਪੂਰੀਆਂ ਨਾ ਉਭਾਰ ਸਕੀਏ, ਪਰ ਜੋ ਕੁਝ ਆਪਾਂ ਅਜੇ ਸਾਡੇ ਕੋਲ ਅੱਧਾ ਘੰਟਾ ਹੈ ਗੱਲਾਂ ਬਾਤਾਂ ਉਹਨਾਂ ਕੋਲੋਂ ਜਾਣਾਂਗੇ ਹੋਰ ਜ਼ਿੰਦਗੀ ਬਾਰੇ। ਅੱਛਾ, ਫਿਰ ਤੁਸੀਂ ਇਜ਼ਰਾਈਲ ਤੋਂ ਵਾਪਸ ਜਦੋਂ ਫਿਰ ਅਮਰੀਕਾ ਵਾਪਸ ਆਉਂਦੇ ਹੋ, ਫਿਰ ਕੋਈ ਆਪਣਾ ਬਿਜ਼ਨਸ ਸਟਾਰਟ ਕਰਦੇ ਹੋ ਜਾਂ ਫਿਰ ਜੌਬ ਵਾਲੇ ਪਾਸੇ ਧਿਆਨ ਰੱਖਦੇ ਹੋ? ਸੋ ਉਹ ਜਦੋਂ ਕਾਰਡ ਇਜ਼ਰਾਈਲ ਤੋਂ ਬਾਅਦ ਮੈਂ ਸਿੱਖਿਆ ਆਇਆ ਤਾਂ ਉਹ ਜਿਹੜਾ ਇਜ਼ਰਾਈਲ ਦਾ ਮੈਂ ਇਕੋਸਿਸਟਮ, ਉਹ ਵੀ ਪੁੱਛਣਾ ਹੈ ਕਿ ਉੱਥੇ ਤੁਹਾਡਾ ਸਮਾਂ ਕਿੱਦਾਂ ਦਾ ਬਤੀਤ ਹੋਇਆ? ਉਦੋਂ ਤੁਹਾਡੀ ਮੈਰਿਜ ਹੋਈ ਸੀ ਕਿ ਨਹੀਂ ਸੀ ਹੋਈ? ਇਕੱਲੇ ਰਹਿੰਦੇ ਸੀ? ਉੱਥੋਂ ਦਾ এনवायरमेंट ਕਿਹੋ ਜਿਹਾ ਸੀ? ਸਾਡੇ ਲੋਕਾਂ ਨੂੰ ਉਹ ਲੋਕ ਕਿੱਦਾਂ ਦੇਖਦੇ ਸੀਗੇ? ਇੱਥੇ ਤੇ ਹੁਣ ਆਪਾਂ ਆਪਣੇ ਪੰਜਾਬ ਬਣਾ ਕੇ ਬੈਠੇ ਆ ਨਾ, ਪਤਾ ਹੀ ਨਹੀਂ ਲੱਗਦਾ ਕੈਨੇਡਾ 'ਚ ਖਾਸ ਕਰਕੇ ਕਿ ਅਸੀਂ ਪੰਜਾਬ 'ਚ ਬੈਠੇ ਆ ਜਾਂ ਕਿਤੇ ਬਾਹਰ ਆ। ਇਜ਼ਰਾਈਲ ਵਰਗੇ ਮੁਲਕ 'ਚ ਬਹੁਤ ਘੱਟ ਲੋਕ ਹੋਣਗੇ ਸਾਡੇ, ਖਾਸ ਕਰਕੇ ਖਾਲਸੇ ਜਿਹੜਾ ਤੁਸੀਂ ਸ਼ਬਦ ਕਹਿ ਰਹੇ ਹੋ, ਤੇ ਉਸ ਵਾਤਾਵਰਨ 'ਚ ਕਿੱਦਾਂ ਆਪਣੇ ਆਪ ਨੂੰ ਐਡਜਸਟ ਕਰ ਪਾਏ? ਤੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਬੈਡ ਫੀਲਿੰਗ, ਕੋਈ ਉੱਥੋਂ ਦਾ ਐਸਾ ਐਕਸਪੀਰੀਅੰਸ ਉਹ ਵੀ ਸਾਡੇ ਦਰਸ਼ਕਾਂ ਨੂੰ ਸ਼ੇਅਰ ਕਰੋ, ਕੋਈ ਇੰਟਰਸਟਿੰਗ ਹੋ ਸਕਦਾ। ਬਿਲਕੁਲ ਜੀ ਬਿਲਕੁਲ। ਐਕਚੁਅਲੀ ਲਾਈਫ ਜਿਹੜੀ ਇਜ਼ਰਾਈਲਸ ਦੀ ਹੈ ਨਾ, ਜੂਇਸ਼ ਦੀ, ਬੇਸਿਕਲੀ ਇਜ਼ਰਾਈਲ ਦੇ ਜਿਹੜੇ ਹੈਗੇ ਆ ਔਰੀਜਨਸ, ਉਹਨਾਂ ਦੀ ਦੇਖੋਗੇ ਨਾ ਬੜੀ ਹੀ ਅਲੱਗ ਢੰਗ ਨਾਲ ਜੀਂਦੇ ਆ ਉਹ। ਸੋ ਮੈਂ ਦੋ ਪੈਰਲਲਸ ਦੱਸਦਾ। ਆਪਣੇ ਇੱਕ ਇੰਡੀਅਨ ਬੱਚਾ ਕਿੱਦਾਂ ਪ੍ਰੋਗਰੈਸ ਹੁੰਦਾ ਹੈ, ਕਿਉਂਕਿ ਬੱਚੇ ਸੁਣ ਰਹੇ ਹੋਗੇ, ਉਹਨਾਂ ਦੀ ਲਾਈਫ ਜਰਨੀ ਲਈ ਬਹੁਤ ਇੰਪੋਰਟੈਂਟ ਹੈ। ਇੱਕ ਇਜ਼ਰਾਈਲੀ ਜਦੋਂ ਕਿੱਦਾਂ ਵੱਡਾ ਹੁੰਦਾ ਹੈ ਤੇ ਇੱਕ ਇੰਡੀਅਨ ਕਿੱਦਾਂ ਵੱਡਾ ਹੁੰਦਾ ਹੈ। ਤਾਂ ਮੈਂ ਇਨਫੈਕਟ ਆਪਣੀ ਕਿਤਾਬ 'ਚ ਇੱਕ ਕੰਪੈਰੀਜ਼ਨ ਕੀਤਾ ਹੈਗਾ। ਅੱਛਾ, ਜਦੋਂ ਅਸੀਂ ਬੱਚੇ ਨੂੰ ਪੜ੍ਹਾ ਕੇ 12ਵੀਂ ਕਰਦੇ ਹੈਗੇ ਆ, 12ਵੀਂ ਤੋਂ ਬਾਅਦ ਅਸੀਂ ਇਹੀ ਸੋਚਦੇ ਆ ਇਹਨੂੰ ਹੁਣ ਡਾਕਟਰ ਬਣਾ ਦਈਏ, ਇਹਨੂੰ ਹੁਣ ਇੰਜੀਨੀਅਰ ਬਣਾ ਦਈਏ ਜਾਂ ਨੇਵੀ 'ਚ ਭਰਤੀ ਕਰਾ ਦਈਏ। 12ਵੀਂ ਤੋਂ ਬਾਅਦ ਫੋਕਸ ਸਾਡਾ ਪ੍ਰੋਫੈਸ਼ਨ ਤੇ ਹੁੰਦਾ ਹੈ। ਠੀਕ ਹੈ ਜੀ। ਉਧਰ ਹੁਣ ਇਜ਼ਰਾਈਲੀ ਵੱਲ ਦੇਖ ਲਓ। ਇਜ਼ਰਾਈਲ ਜਦੋਂ 12ਵੀਂ ਤੋਂ ਬਾਅਦ ਮੈਂਡੇਟਰੀ ਆ, ਮੁੰਡਾ ਹੈ ਜਾਂ ਕੁੜੀ ਹੈ, ਅਗਲੇ 3 ਸਾਲ ਉਹਨਾਂ ਨੇ ਕੰਟਰੀ ਦੇ ਮਿਲਟਰੀ ਸਰਵਿਸ ਕਰਨੇ ਆ। ਰਿਗਾਰਡਲੈਸ ਮੁੰਡਾ ਹੈ ਕੁੜੀ ਹੈ, ਤੁਸੀਂ ਉਹ ਤਾਂ ਖੈਰ ਦੇਸ਼ ਦੇ ਸੰਵਿਧਾਨਕ ਡਿਊਟੀ ਹੈ ਨਾ ਉਹਨਾਂ ਦੀ, ਉਹ ਬਣਿਆ ਹੋਏਗਾ। ਉਹ ਵੀ ਬਹੁਤ ਜ਼ਰੂਰੀ ਹੈ। ਇਹ ਵੀ ਨਹੀਂ ਕਿ ਜਿਸ ਤਰ੍ਹਾਂ ਨਾ ਕਿ ਉਹਨਾਂ ਨੇ ਸਿਸਟਮ ਬਣਾਇਆ ਕਿ ਸਿਰਫ ਕਰਨਾ ਹੈ। ਉਹ ਕੀ ਕਰਦੇ, ਹਰੇਕ ਬੱਚੇ ਨੂੰ ਆਪਣੀ ਫੀਲਡ ਦੇ ਮੁਤਾਬਿਕ ਅਟੈਚ ਕਰ ਦਿੰਦੇ ਆ। ਬੱਚੇ ਨੂੰ ਇਲੈਕਟ੍ਰੋਨਿਕਸ ਵਿੱਚ ਸ਼ੌਂਕ ਹੈ, ਇਲੈਕਟ੍ਰੋਨਿਕ ਫੀਲਡ 'ਚ ਪਾਤੀ। ਐਮੂਨੇਸ਼ਨ 'ਚ ਹੈ, ਐਮੂਨੇਸ਼ਨ 'ਚ ਹੈਗਾ। ਲੌਜਿਸਟਿਕਸ ਹੈ, ਲੌਜਿਸਟਿਕਸ ਹੈ। ਉਹ ਜਿਹੜੇ 3 ਸਾਲ ਹੈਗੇ ਆ, ਇਹ ਨਹੀਂ ਕਿ ਉਹਨਾਂ ਨੂੰ ਸੋਲਜਰ ਬਣਾ ਰਹੇ ਆ, ਉਹਨਾਂ ਨੂੰ ਇੱਕ ਸੱਚਾ ਸੁੱਚਾ ਇੰਜੀਨੀਅਰ ਬਣਾ ਰਹੇ ਆ ਉਹ 3 ਸਾਲ ਦੀ ਜਰਨੀ। ਠੀਕ ਹੈ ਜੀ। ਜਦੋਂ ਤੁਸੀਂ ਉਹ ਜਿਹੜਾ ਅਖੀਰਲਾ 1 ਸਾਲ ਹੁੰਦਾ ਹੈ ਨਾ, ਉਹਨਾਂ ਨੂੰ ਫਿਰ ਕੰਬੈਟ 'ਚ ਭੇਜਦੇ ਆ। ਤੁਹਾਨੂੰ ਪਤਾ ਹੀ ਉਹਨਾਂ ਦੇ ਆਲੇ ਦੁਆਲੇ ਕੰਟਰੀਆਂ ਕਿਸ ਤਰ੍ਹਾਂ ਹੈ, ਕਿਉਂਕਿ ਜਿਹੜਾ 1 ਸਾਲ ਦਾ ਹੁੰਦਾ, ਜਦੋਂ ਫੀਲਡਸ ਹੁੰਦੇ ਇੰਨਾ ਬਲੱਡ ਸ਼ੈਡ ਉਹ ਦੇਖਦੇ ਆ, ਤਾਂ ਉਸ ਤੋਂ ਬਾਅਦ ਉਹ ਕੀ ਕਹਿੰਦੇ, ਉਹ ਫਰਲੋ ਲੈ ਲੈਂਦੇ ਆ। ਤੁਸੀਂ ਦੇਖੋਗੇ ਇਜ਼ਰਾਈਲੀ ਉਹ 4 ਸਾਲ ਦੀ ਡਿਊਰੇਸ਼ਨ ਤੋਂ ਬਾਅਦ ਇੰਡੀਆ ਤੁਹਾਨੂੰ ਗੋਆ ਮਿਲੂਗੇ, ਤੁਹਾਨੂੰ ਅਲੱਗ-ਅਲੱਗ ਥਾਂ ਤੇ ਮਿਲੂਗੇ, ਥਾਈਲੈਂਡ ਮਿਲੂਗੇ। ਉਹ ਅਗਲੇ 2 ਸਾਲ ਫਰਲੋ ਲੈ ਲੈਂਦੇ। ਉਹਨੂੰ ਕਹਿੰਦੇ ਆ ਡੀਕੰਪਰੈਸ਼ਨ ਸਟੇਜ ਲਾਈਫ ਦੀ। ਠੀਕ ਹੈ। ਤਾਂ ਜਿੰਨਾ ਵੀ ਉਹਨਾਂ ਦੇ ਅੰਦਰ ਭਰਿਆ ਸੀ ਇੱਕ ਸਾਲ ਦੇ ਅੰਦਰ ਜੋ ਦੇਖਿਆ ਬਲੱਡ ਸ਼ੈਡ, ਉਹਨੂੰ ਉਹ ਕੱਢ ਰਹੇ, ਲਾਈਫ ਨੂੰ ਥੋੜਾ ਜੀਣ ਦਾ ਸਿੱਖ ਰਹੇ ਆ। ਉਹ ਤੋਂ ਬਾਅਦ 2 ਸਾਲ ਤੋਂ ਬਾਅਦ ਆ ਕੇ ਕਾਲਜ ਜਾਂਦੇ ਆ। ਦੇਖਿਆ ਜੀ। ਉਹਨਾਂ ਨੇ ਇੱਕ ਐਕਸਪੀਰੀਅੰਸ ਮਿਲਟਰੀ ਦਾ ਡਿਸਪਲਿਨ ਸਿੱਖ ਲਿਆ, ਉਸ ਤੋਂ ਬਾਅਦ 2 ਸਾਲ ਵਰਲਡ ਦੇਖ ਲਿਆ, ਹੁਣ ਕਾਲਜ ਆਏ। ਆਪਾਂ 12ਵੀਂ ਕਰਕੇ ਹਾਲੇ ਕੋਈ ਸਾਨੂੰ ਐਕਸਪੀਰੀਅੰਸ ਨਹੀਂ ਹੁੰਦਾ, ਅਸੀਂ ਪ੍ਰੋਫੈਸ਼ਨ ਸਿੱਧੇ ਅਸੀਂ ਉਧਰ ਆਉਨੇ ਆ। ਅੱਛਾ, ਵੈਸੇ ਤਾਂ ਚਲੋ ਮੈਂ ਇੱਕ ਚੀਜ਼ ਮੇਰੇ ਹੁਣ ਸਵਾਲ ਚੋਂ ਸਵਾਲ ਆਈ ਜਾਂਦਾ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਜ਼ਰਾਈਲ ਦੇ ਵਿੱਚ ਡਿਫੈਂਸ 3 ਸਾਲ ਲਗਾਉਂਦੇ ਹਰ ਬੰਦੇ ਦੇ, ਇਹਦਾ ਮਤਲਬ ਹੈ ਕਿ ਉਹਨਾਂ ਕੋਲ ਇੱਕ ਐਡਾ ਵੱਡਾ ਨੈਟਵਰਕ ਇਨਫਰਾਸਟ੍ਰਕਚਰ ਹੋਏਗਾ ਆਰਮੀ ਕੋ, ਜਿੱਥੇ ਉਹ ਹਰ ਤਰ੍ਹਾਂ ਦੀ ਟ੍ਰੇਨਿੰਗ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੈਸਿਲਿਟੀ ਪ੍ਰੋਵਾਈਡ ਕਰ ਪਾਉਂਦੇ ਹੋਣਗੇ। ਹੁਣ ਭਾਰਤ ਨੇ ਵੀ ਨਕਲ ਮਾਰੀ ਹੈ, ਵੈਸੇ ਕਹਿੰਦੇ ਉਹ ਅਗਨੀਪਥ ਵਗੈਰਾ, ਅਗਨੀਵੀਰ ਕੁਝ ਬਣਾ ਰਹੇ ਆ। ਕੀ ਅਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਮੀਟ ਵਿਦ ਕਰ ਪਾਵਾਂਗੇ ਜਾਂ ਅਸੀਂ ਨਕਲਚੀ ਬਣੇ ਰਵਾਂਗੇ? ਸੋ ਭਾਜੀ, ਜੇ ਆਪਾਂ ਨਾ ਨਕਲਚੀ ਬਹੁਤ ਵਧੀਆ ਹੈ, ਮੈਂ ਹੁਣ ਸਾਫ਼ ਕਹਿੰਦਾ ਹੈ, ਆਪਾਂ ਨੂੰ ਸਕੂਲ ਤੋਂ ਹੀ ਸਿਖਾਇਆ ਜਾਂਦਾ ਕਿੱਦਾਂ ਨਕਲ ਕਰਨੀ। ਤਾਂ ਜੇ ਕਿਸੇ ਵੀ ਚੀਜ਼ ਨੂੰ ਤੁਸੀਂ ਨਕਲ ਮਾਰ ਕੇ ਬਲੂਪ੍ਰਿੰਟ ਕਰੋਗੇ ਨਾ, ਕਾਮਯਾਬ ਕਦੋਂ ਨਹੀਂ ਹੋਏਗੀ। ਠੀਕ ਹੈ ਜੀ। ਪਮਾ ਆਪਣਾ ਅਗਨੀਪਥ ਲੈ ਲਓ, ਜੋ ਮਰਜ਼ੀ ਲੈ ਲਓ, ਤੁਸੀਂ ਸਿਰਫ ਉਹੀ ਬਲੂਪ੍ਰਿੰਟ ਆਪਣੀ ਕੰਟਰੀ 'ਚ ਲੈ ਕੇ ਆਓਗੇ, ਨਹੀਂ ਹੋਏਗਾ। ਕਿਉਂਕਿ ਸਾਡਾ ਦੇਸ਼ ਵੱਖਰਾ ਹੈ, ਸਾਡਾ DNA ਵੱਖਰਾ ਹੈ। ਤੁਸੀਂ ਕਿੱਦਾਂ, ਮੇਰੀ ਕਮੀਜ਼ ਤੁਹਾਨੂੰ ਨਹੀਂ ਆ ਸਕਦੀ, ਤੁਹਾਡੀ ਕਮੀਜ਼ ਮੈਨੂੰ ਨਹੀਂ ਆ ਸਕਦੀ। ਬਿਲਕੁਲ, ਹੈ ਨਾ। ਆਪਾਂ ਕੋਸ਼ਿਸ਼ ਕਰਕੇ ਵੀ ਦੇਖ ਲਈਏ, ਨਹੀਂ ਆਉਗੀ, ਕੋਈ ਸਾਈਜ਼ ਆਪਣੇ ਵੱਖਰੇ ਆ। ਬਿਲਕੁਲ ਬਿਲਕੁਲ ਬਿਲਕੁਲ। ਉਸ ਤਰ੍ਹਾਂ ਹੀ ਉਹਨਾਂ ਦਾ ਜਿਹੜਾ ਹੈਗਾ ਸਿਸਟਮ, ਆਪਾਂ
ਲੈ ਕੇ ਨਹੀਂ ਆ ਸਕਦੇ ਅਨਲੈਸ ਅੰਟਿਲ ਆਪਾਂ ਸ਼ੁਰੂ ਤੋਂ ਇੱਕ ਈਕੋਸਿਸਟਮ ਬਣਾਈਏ। ਆਪਾਂ ਨੂੰ ਆ ਨਹੀਂ ਦੇਖਣਾ ਕਿ ਵੀ 12ਵੀਂ ਤੋਂ ਬਾਅਦ 4 ਸਾਲ ਆਪਾਂ ਅਗਨੀਪਥ ਪਾ ਦਈਏ, ਨਹੀਂ। ਜੇ ਉਦਾਂ ਦਾ ਸੋਚਣਾ ਹੈ ਤਾਂ ਥੋੜਾ ਕੇਜੀ ਲੈਵਲ ਤੋਂ ਸੋਚੀਏ ਜਰਾ ਬੱਚੇ ਨੂੰ ਕਿਸ ਤਰ੍ਹਾਂ ਅਸੀਂ ਵੱਡਾ ਕਰਨਾ, ਉਹ ਸਿੱਖੀਏ ਉਹ ਕਿਉਂ ਕਰਦੇ। ਅੱਛਾ, ਇੱਕ ਸਵਾਲ ਮੇਰੇ ਦਿਮਾਗ 'ਚ ਹੋ ਰਿਹਾ ਹੁੰਦਾ, ਜਿਹੜੀ ਜੂਇਸ਼ ਕਮਿਊਨਿਟੀ ਆ ਉਹਨਾਂ ਬਾਰੇ ਆਮ ਤੌਰ ਤੇ ਧਾਰਨਾ ਇਹ ਆ ਕਿ ਉਹ ਵਰਲਡ ਦੀ ਇਕਨੋਮੀ ਨੂੰ ਕੰਟਰੋਲ ਕਰਦੇ ਆ, ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਜੀਵਨ ਜਾਂਚ ਇਦਾਂ ਦੀ ਆ ਕਿ ਉਹ ਤੁਹਾਨੂੰ ਇੱਕ ਅੱਛਾ ਸੋਲਜਰ ਬਣਾਉਂਦੇ ਆ, ਸੱਚਾ ਸੁੱਚਾ ਦੇਸ਼ ਭਗਤ ਵੀ ਬਣਦਾ ਹੋਏਗਾ ਬੰਦਾ ਜਦੋਂ ਆਪਣੇ ਕੰਟਰੀ ਲਈ ਕੰਮ ਕਰਦਾ ਹੈ। ਤੇ ਇਹ ਸਾਰੀਆਂ ਚੀਜ਼ਾਂ ਦਾ ਮਤਲਬ ਜਿਹੜਾ ਉਹਨੂੰ ਮਿਲਾਪ ਹੈ ਉਹ ਕਿਸ ਤਰ੍ਹਾਂ ਕਰ ਪਾਉਂਦੇ ਆ, ਉਹ ਕੀ ਉਹਨਾਂ ਕੋਲ ਐਸੀ ਟੈਕਨੀਕ ਹੈ, ਵਿਧੀ ਹੈ ਕਿ ਇੱਕ ਵਿਅਕਤੀ ਅੱਗੇ ਜਾ ਕੇ ਸਕਸੈਸਫੁਲ ਬਿਜ਼ਨਸਮੈਨ ਵੀ ਬਣਦਾ ਹੈ, ਦੁਨੀਆ ਦੀ ਟੋਟਲ ਇਕਨੋਮੀ ਨੂੰ ਕੰਟਰੋਲ ਕਰਨ ਵਾਲੇ ਆਪਾਂ ਕਹਿੰਦੇ ਆ ਜਿਹੜੀ ਵਾਲ ਸਟਰੀਟ ਹੈ ਉੱਥੇ ਵੀ ਲੋਕ ਉਹੀ ਬੈਠੇ ਆ, ਅਮਰੀਕਾ ਦੀ ਜਿਹੜੀ ਨਾ ਸਿਰਫ ਇਕਨੋਮੀ ਰਾਦਰ ਬੈਕ ਸਾਈਡ ਤੋਂ ਪੋਲਿਟਿਕਸ ਨੂੰ ਵੀ ਉਹ ਰਨ ਕਰਦੇ ਆ, ਵਰਲਡ ਵਾਈਡ ਉਹਨਾਂ ਦਾ ਪ੍ਰਭਾਵ ਆ, ਮੰਨਦੇ ਆ ਸਾਰੇ। ਔਰ ਉਹਨਾਂ ਦੀ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਜਿਹੜਾ ਸਟਾਈਲ ਹੈ ਉਹ ਇੰਨਾ ਨਿੱਜ ਨੂੰ ਡਿਵੈਲਪ ਕਰਨ ਦਾ ਨਹੀਂ, ਪਹਿਲਾਂ ਮਤਲਬ ਜਿਹੜਾ ਡਿਵੈਲਪ ਤਾਂ ਨਿੱਜ ਨੂੰ ਹੀ ਕਰਦਾ ਬੰਦਾ ਹਰ ਇੱਕ, ਪਰ ਜਿੱਦਾਂ ਆਪਾਂ ਨੂੰ ਕਿਹਾ ਜਾਂਦਾ ਬੱਚਾ ਜੇ ਗੋਦੀ 'ਚ ਹੁੰਦਾ ਮੇਰਾ ਪੁੱਤ ਡਾਕਟਰ ਬਣੂਗਾ, ਇੰਜੀਨੀਅਰ ਬਣੂਗਾ, ਉੱਤੇ ਆਪਾਂ ਸਟੈਂਪ ਲਾ ਦਿੰਦੇ ਹਾਂ, ਬਚਪਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਔਰ ਫਿਰ ਉਹ ਰੈਟ ਰੇਸ ਸ਼ੁਰੂ ਹੋ ਜਾਂਦੀ ਹੈ ਬਚਪਨ ਤੋਂ ਹੀ। ਚੱਲ ਇੱਕ ਅਕੈਡਮੀ 'ਚੋਂ ਨਿਕਲਿਆ, ਦੂਜੀ 'ਚੋਂ ਨਿਕਲਿਆ, ਤੀਜੀ 'ਚ, ਔਰ ਬੱਚਾ 12ਵੀਂ 13ਵੀਂ ਤੱਕ ਜਾਂਦਾ ਪੂਰਾ, ਮੈਨੂੰ ਲੱਗਦਾ ਕਿ ਉਹ ਚੱਕਰਾਂ 'ਚ ਰਹਿੰਦਾ, ਉਹਨੂੰ ਖੁਦ ਨਹੀਂ ਪਤਾ ਹੁੰਦਾ ਮੈਂ ਕਰਨਾ ਕੀ ਆ। ਸੋ ਭਾਜੀ ਐਕਚੁਅਲੀ ਦੇਖਿਆ ਜਾਏ ਤਾਂ ਜਿਹੜੇ ਅਸੀਂ ਖਾਲਸੇ ਆ, ਸੰਤ ਤਾਂ ਸਿਪਾਹੀ ਸਾਨੂੰ ਹੋਣਾ ਸੀਗਾ, ਠੀਕ ਹੈ, ਮਗਰ ਅਸੀਂ ਹੈ ਨਹੀਂ ਹੁਣ, ਠੀਕ ਹੈ ਜੀ। ਸੰਤ ਸਿਪਾਹੀ ਦੇਖਣਾ ਹੈ ਨਾ, ਹੁਣ ਤੁਸੀਂ ਇਜ਼ਰਾਈਲ ਜਾ ਕੇ ਦੇਖੋ। ਨਾ ਲਓ ਇਹ ਸ਼ਬਦ, ਸਾਡੇ ਲੋਕਾਂ ਨੇ ਬਹੁਤ ਮਾਈਂਡ ਕਰ ਜਾਂਦੇ, ਕਹਿ ਦਿੰਦੇ ਆ ਸੰਤ ਸਿਪਾਹੀ ਸਿਰਫ ਗੁਰੂ ਗੋਬਿੰਦ ਸਿੰਘ ਨੂੰ ਕਹਿ ਸਕਦੇ ਆ, ਕੋਈ ਹੋਰ ਵਿਅਕਤੀ ਹੋ ਮਾਫੀ ਚਾਹੁੰਦਾ ਹੈ, ਪਹਿਲਾਂ ਹੀ ਮਾਫੀ ਮੰਗ ਲਈ ਦੇ, ਕਿਉਂਕਿ ਇਹ ਤਾਂ ਭਾਜੀ ਕਹਿਣ ਦਾ ਕਿਸੇ ਨੂੰ ਠੇਸ ਪਹੁੰਚਣ ਦੀ ਗੱਲ ਨਹੀਂ ਹੈ। ਨਹੀਂ ਹਾਂ, ਮਤਲਬ ਆਪਾਂ ਇੱਕ ਐਗਜ਼ਾਮਪਲ ਦੇ ਰਹੇ, ਆਪਾਂ ਉਸ ਦੇ ਰਹੇ ਹਾਂ ਨਾ। ਆਪਾਂ ਨਹੀਂ ਕੁਝ ਚੀਜ਼ਾਂ ਸਾਡੀਆਂ ਉਹ ਮਤਲਬ ਛੋਟਾ ਪਾਣੀ ਕਹਿ ਲਓ ਜਾਂ ਸਾਡੀ ਰਿਜਿਡਨੈਸ ਆ ਕਿ ਅਸੀਂ ਬਹੁਤ ਜਿੱਦਾਂ ਦਾ ਸਾਡਾ ਧਰਮ ਖੁੱਲ੍ਹਾ ਡੋਲਿਆ ਅਸੀਂ ਉਦੋਂ ਤੋਂ ਉਲਟ ਵਿਹਾਰ ਕਰ ਰਹੇ ਹਾਂ ਕਿਤੇ ਕਿਤੇ। ਆਪਾਂ ਧਾਰਮਿਕ ਗੱਲ ਨਹੀਂ ਕਰ ਰਹੇ ਖੈਰ, ਪਰ ਕਿਤੇ ਨਾ ਕਿਤੇ ਸਾਡੇ 'ਚ ਉਹ ਚੀਜ਼ਾਂ ਆ ਗਈਆਂ ਨੇ ਜਾਂ ਕਿਸ ਤਰ੍ਹਾਂ ਆ ਕਿ ਅਸੀਂ ਇਹਨਾਂ ਨਿੱਕੇ ਨਿੱਕੇ ਸ਼ਬਦਾਂ ਨੂੰ ਹੀ ਜਿਹੜਾ ਨਾ ਅਪਮਾਨ ਵਾਂਗੂ ਲੈ ਲੈਂਦੇ ਹਾਂ। ਸੋ ਬੇਸਿਕਲੀ ਭਾਜੀ ਕੀ ਹੁੰਦਾ ਹੈ ਕਿ ਨਾ ਅਗਲੇ ਦੀ ਕਿਆ ਕਹਿਣਾ ਚਾਹੁੰਦਾ ਅਸੀਂ ਉਹਨੂੰ ਪਹਿਲਾਂ ਦੇਖੀਏ, ਅੰਡਰਸਟੈਂਡ ਕਰੀਏ। ਹਾਂ ਬਿਲਕੁਲ। ਹੈ ਨਾ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਾਨੂੰ ਦੇਖਿਆ ਜਾਏ ਪੰਜਾਬ ਇਸ ਤਰ੍ਹਾਂ ਦੀ ਧਰਤੀ ਹੈ, ਮਿਹਨਤੀ ਸਾਨੂੰ ਬਣਾਇਆ ਹੈਗਾ, ਹਾਂ ਠੀਕ ਹੈ, ਰਿਸਕ ਲੈਣ ਵਾਲੇ ਅਸੀਂ ਹੈਗੇ ਆ, ਠੀਕ ਹੈ, ਦਾਨੀ ਸਭ ਤੋਂ ਵੱਡੇ ਅਸੀਂ ਹੈਗੇ ਆ, ਬਿਲਕੁਲ ਠੀਕ ਹੈ। ਬਟ ਹੁਣ ਕਿੱਥੇ ਖੋ ਗਿਆ ਸਾਡਾ ਪੰਜਾਬ? ਹੁਣ ਦੇਖੋਗੇ ਜਿਹੜੇ ਸਾਡੇ ਹੁਣ ਮੈਂ ਹਰ 2 ਮਹੀਨੇ ਬਾਅਦ ਕਰੋਨਾ ਕਰਕੇ ਨਹੀਂ ਜਾ ਪਾਇਆ, ਉੱਦਾਂ ਹਰ 2-3 ਮਹੀਨੇ ਬਾਅਦ ਮੈਂ ਇੰਡੀਆ ਹੀ ਹੁੰਦਾ। ਅੱਛਾ ਗੁੱਡ। ਤਾਂ ਮੈਂ ਡਾਊਨ ਦ ਗਰਾਊਂਡ ਟ੍ਰੈਂਚਸ ਵਿੱਚ ਬੱਚਿਆਂ ਨੂੰ ਮਿਲਦਾ ਹੈਗਾ, ਤਾਂ ਹੁਣ ਅੱਜ ਕੱਲ੍ਹ ਪੰਜਾਬ ਦੇ ਬੱਚੇ ਦਾ ਆਈਲੈਟਸ ਤੋਂ ਵੱਡਾ ਕੋਈ ਸੁਪਨਾ ਨਹੀਂ ਹੈ। ਬਿਲਕੁਲ ਬਿਲਕੁਲ ਹਾਂ ਠੀਕ ਹੈ, ਮੈਂ ਨਹੀਂ ਕਹਿ ਰਿਹਾ ਗਲਤ ਹੈ, ਸਰਕਾਰਾਂ ਪ੍ਰਮੋਟ ਕਰ ਰਹੀਆਂ ਸਰ, ਕਹਿੰਦੇ ਕਿ ਅਸੀਂ ਆਈਲਟਸ ਕਰਨ ਵਾਲੇ ਨੂੰ ਇਹ ਦੇਵਾਂਗੇ, ਮਤਲਬ ਜਦ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਮੈਂਟਲੀ ਇਦਾਂ ਪ੍ਰਪੇਅਰ ਕਰ ਰਹੇ ਹੋ ਕਿ ਤੂੰ ਭਾਈ 12ਵੀਂ ਕਰਕੇ ਤੇ ਦੇਸ਼ ਛੱਡ ਕੇ ਚਲੇ ਜਾਣਾ ਆ। ਮੈਂ ਇਹ ਨਹੀਂ ਕਹਿ ਰਿਹਾ, ਨਾਨ ਕੈਨੇਡਾ ਵਰਗੀ ਜਗ੍ਹਾ ਬਹੁਤ ਵਧੀਆ ਹੈ, ਸਾਫ਼ ਸੁਥਰੀ ਹੈਗੀ ਹੈ, ਅੱਧਾ ਪੰਜਾਬ ਤਾਂ ਅਸੀਂ ਵਸਾ ਲਿਆ, ਪੂਰਾ ਹੀ ਇੱਥੇ ਵਸਾ ਲਈਏ ਹੁਣ। ਬਟ ਆਪਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਉੱਥੋਂ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ, ਮਗਰ ਕਿਉਂ ਹੋ ਰਹੇ ਆ? ਇਹ ਵੀ ਥੋੜਾ ਵਿਚਾਰਨ ਦੀ ਗੱਲ ਹੈ ਨਾ। ਬਿਲਕੁਲ ਬਿਲਕੁਲ। ਖੈਰ ਤਬਦੀਲੀਆਂ ਜਿਹੜੀਆਂ ਨੇ ਹਮੇਸ਼ਾ ਆਉਂਦੀਆਂ, ਔਰ ਇਮੀਗ੍ਰੇਸ਼ਨ ਦਾ ਤਾਂ ਖੈਰ ਇੱਕ ਏਡਾ ਵੱਡਾ ਸਬਜੈਕਟ ਆ ਕਿ ਤੇ ਆਪਾਂ ਗੱਲ ਕਰੀਏ ਤੇ ਖੈਰ ਇੱਥੇ ਬਹੁਤ ਲੰਬੀ ਗੱਲ ਹੋ ਸਕਦੀ ਆ। ਆਪਾਂ ਫਿਰ ਤੁਹਾਡੇ ਵੱਲ ਪਰਤਦੇ ਹਾਂ। ਜੇ ਤੁਸੀਂ ਬੁੱਕ ਦੇ ਆਥਰ ਵੀ ਹੋ ਤੇ NGO ਵੀ ਰਨ ਕਰਦੇ ਹੋ, ਹੁਣ ਸਰ ਆਪਣੀ NGO ਬਾਰੇ ਦੱਸੋ, ਫਿਰ ਮੈਂ ਬੁੱਕ ਬਾਰੇ ਵੀ ਤੁਹਾਡੇ ਕੋਲ ਥੋੜੀ ਜਿਹੀ ਹੋਰ ਜਾਣਕਾਰੀ ਲਵਾਂਗਾ। ਭਾਜੀ ਜਿਹੜੀ ਸਾਡੀ NGO ਹੈਗੀ ਹੈ, ਜਿਹੜੀ ਮੈਂ ਸ਼ੁਰੂ ਕੀਤੀ ਹੈ, ਉਹਦਾ ਨਾਮ ਹੈਗਾ ਰੋਰ ਫॉर ਚੇਂਜ। ਓਕੇ, ਰੋਰ ਯਾਨੀ ਕਿ ਦਿਹਾੜੀਏ, ਚੇਂਜ ਹੈ, ਕੁਝ ਚੇਂਜ ਲੈ ਆਈਏ ਲਾਈਫ 'ਚ, ਤਾਂ ਵਿੱਚ ਹੈਗਾ ਫॉर ਨਹੀਂ ਹੈ, ਨੰਬਰ 4 ਹੈ। ਅੱਛਾ, ਤਾਂ ਸਾਡੀ ਜਿਹੜੀ ਵੈਬਸਾਈਟ ਵੀ ਹੈ roar4change.org ਜੀ। ਤਾਂ ਇਹਦੇ ਭਾਜੀ ਜਿਹੜੇ ਸਾਡੇ ਪ੍ਰੋਗਰਾਮ ਹੈ ਨਾ, ਇਹ ਵੀ ਸਾਰੇ ਹੀ ਪ੍ਰੋਗਰਾਮ ਰੋਰ ਤੋਂ ਸ਼ੁਰੂ ਹੁੰਦੇ ਆ। ਤਾਂ ਮੈਂ ਆਪਣੇ ਸਾਡੇ ਜਿਹੜੇ ਪ੍ਰੋਗਰਾਮਸ ਉਹਨਾਂ ਦੇ ਬਾਰੇ ਕੁਝ ਦੱਸਦਾ ਤੁਹਾਨੂੰ। ਜੀ ਬਿਲਕੁਲ ਹਾਂ। ਤਾਂ ਪਹਿਲਾ ਹੈਗਾ ਰੋਰ ਫॉर ਹੈਲਪ, ਠੀਕ ਹੈ ਜੀ, ਰੋਰ ਫॉर ਹੈਲਪ। ਇਹ ਜਿੱਥੇ ਵੀ ਡਿਜ਼ਾਸਟਰ ਹੁੰਦੀ ਹੈਗੀ ਹੈ, ਅਸੀਂ ਆਪਣੇ ਵੱਲੋਂ ਜਿੰਨਾ ਕੁਝ ਕਰ ਸਕਦੇ ਹਾਂ, ਸਾਡੇ ਵੋਲੰਟੀਅਰ ਅਸੀਂ ਸਾਰੇ ਮਿਲ ਕੇ ਕਰਦੇ ਹਾਂ ਜੀ।
ਤਾਂ ਤੁਹਾਨੂੰ ਐਗਜ਼ਾਮਪਲ ਇੱਕ ਛੋਟੀ ਜਿਹੀ ਦਿੰਦਾ, ਜਦ ਦਾ ਕੋਵਿਡ ਹੋਇਆ ਹੈਗਾ, ਮੈਂ ਡੈਲਸ ਰਹਿੰਦਾ ਹੈਗਾ, ਡੈਲਸ ਫੋਰਟ ਵਰਥ ਏਰੀਆ 'ਚ ਅਸੀਂ ਸ਼ੁਰੂ ਕੀਤਾ ਇੱਕ ਮੁਹਿੰਮ ਕਿ ਜਿਹੜੇ ਵੀ 60 ਸਾਲ ਤੋਂ ਉੱਪਰ ਹੈਗੇ ਆ, ਅਸੀਂ ਉਹਨਾਂ ਲਈ ਮੀਲ ਨਹੀਂ, ਪੂਰੀ 3 ਹਫ਼ਤੇ ਦੀ ਗਰੋਸਰੀ ਉਹਨਾਂ ਦੇ ਡਾਈਟ ਦੇ ਹਿਸਾਬ ਨਾਲ ਅਸੀਂ ਖਰੀਦ ਕੇ ਉਹਨਾਂ ਦੇ ਘਰ ਡਿਲੀਵਰ ਕਰ ਰਹੇ ਹਾਂ। ਇਹ ਪ੍ਰੋਗਰਾਮ ਨੂੰ ਆਲਮੋਸਟ 2 ਸਾਲ ਹੋ ਗਏ ਆ, ਅਸੀਂ 1000 ਤੋਂ ਉੱਪਰ ਡਿਲੀਵਰੀਆਂ ਕਰ ਚੁੱਕੇ ਹਾਂ। ਓਕੇ, ਗੁੱਡ। ਸੋ ਸਾਨੂੰ ਕਾਲਸ ਆਉਂਦੀਆਂ ਹੈਗੀਆਂ, ਲੋਕਲ ਐਡਮਿਨਿਸਟ੍ਰੇਸ਼ਨ ਨੇ ਸਾਡਾ ਨੰਬਰ ਦਿੱਤਾ ਹੋਇਆ ਅਲੱਗ-ਅਲੱਗ ਜਗ੍ਹਾ ਤੋਂ, ਜਿਹੜੇ ਸੀਨੀਅਰਸ ਹੈਗੇ ਸਾਨੂੰ ਕਾਲ ਕਰਦੇ ਆ, ਤਾਂ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਦਾ ਐਡਰੈਸ ਲਈਦਾ, ਐਡਰੈਸ ਤਾਂ ਡਾਈਟ ਲਈਦੀ ਹੈ। ਸਾਡੇ ਵੋਲੰਟੀਅਰ 30-35 ਹੈਗੇ ਆ ਸਾਰੇ ਡੈਲਸ ਫੋਰਟ ਵਰਥ ਏਰੀਆ 'ਚ, ਜਿੱਥੇ ਉਹਨਾਂ ਦਾ ਐਡਰੈਸ ਹੁੰਦਾ ਹੈ, ਜਿਹੜਾ ਲਾਗੇ ਵਾਲਾ ਵੋਲੰਟੀਅਰ ਹੈਗਾ ਉਹ ਜਾ ਕੇ ਪਹਿਲਾਂ ਸ਼ਾਪਿੰਗ ਕਰਦਾ ਹੈ, ਵਾਲਮਾਰਟ, ਕਰੋਗਰ ਜਾ ਕੇ, ਫਿਰ ਉਹਨਾਂ ਦੇ ਘਰ ਜਾ ਕੇ ਡਿਲੀਵਰ ਕਰਦਾ। ਇਹ ਪੂਰਾ ਫ੍ਰੀ ਆਫ ਕਾਸਟ ਹੈ ਸੀਨੀਅਰਸ ਲਈ। ਫੰਡਿੰਗ ਜਿਹੜੇ ਸਾਡੇ ਭਰਾ ਵੀਰ ਹੈਗੇ ਆ, ਕੰਪਨੀਆਂ ਹੈਗੀਆਂ, ਸਾਰੀਆਂ ਦੇ ਦਿੰਦੇ। ਅੱਛਾ, ਨਾਰਮਲ NGO ਦੀ ਤਰ੍ਹਾਂ ਜਿਸ ਤਰ੍ਹਾਂ ਹੈਗਾ, ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਖੈਰ ਇੱਥੇ ਵੀ ਇਹ ਕਨਸੈਪਟ ਕਾਫੀ ਹੈ ਜੀ। ਸਾਡੇ ਇੱਥੇ ਸੇਵਾ ਫੂਡ ਬੈਂਕ ਚੱਲਦਾ ਹੈ, ਸਾਡੇ ਨੌਜਵਾਨ ਮੁੰਡੇ ਆਪਣੇ ਹੀ ਨੇ ਜਿਹੜੇ ਉਹ ਸਾਰਾ ਕੰਮ ਕਰਦੇ ਆ। ਔਰ ਅਦਰਵਾਈਜ਼ ਵੀ ਸਿੱਖ ਧਰਮ ਦੀ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਆ, ਰਵੀ ਸਿੰਘ ਹਰਾਂ ਨੇ ਬੜੀ ਵੱਡੀ ਸੰਸਥਾ ਬਣਾਈ, ਬੜਾ ਕੰਮ ਕੀਤਾ। ਮੈਂ ਤੁਹਾਡਾ ਵੀ ਦੇਖ ਰਿਹਾ ਸੀਗਾ ਕਿ ਤੁਸੀਂ ਸੁਨਾਮੀ ਆਈ ਉੱਥੇ ਪਹੁੰਚੇ ਹੋ, ਜੇ ਕਿਤੇ ਅਰਥਕੁਏਕ ਆਉਂਦਾ ਉੱਥੇ ਪਹੁੰਚਦੇ ਹੋ, ਅਤੇ ਕਿੰਨਾ ਕੁ ਨੈਟਵਰਕ ਹੈ ਤੁਹਾਡਾ? ਔਰ ਵਰਲਡ ਵਾਈਡ ਸਪੋਜ਼ ਜਿੱਦਾਂ ਹੁਣ ਘਟਨਾਵਾਂ ਤਾਂ ਦੁਨੀਆ 'ਚ ਕਿਤੇ ਨਾ ਕਿਤੇ ਹਰ ਰੋਜ਼ ਹੁੰਦੀਆਂ ਨੇ। ਬਿਲਕੁਲ ਭਾਜੀ, ਕਲਾਈਮੇਟ ਚੇਂਜ ਸਾਡੇ ਸਾਹਮਣੇ ਹੋ ਰਿਹਾ ਹੈਗਾ, ਮਗਰ ਅਸੀਂ ਇਹਨੂੰ ਗੌਰ ਨਹੀਂ ਕਰ ਰਹੇ। ਬਟ ਮੇਰਾ ਆਪਣਾ ਇਹੀ ਉਪਰਾਲਾ ਹੁੰਦਾ ਹੈ ਕਿ ਜਦੋਂ ਵੀ ਕੁਛ ਡਿਜ਼ਾਸਟਰ ਇੱਦਾਂ ਦੇ ਹੋਵੇ, ਮੈਂ ਆਪਣੇ ਹੱਥੋਂ ਜਿੰਨਾ ਹੁੰਦਾ ਕਰਾਂ। ਮੈਂ ਆਪ ਹੀ ਪਹੁੰਚਦਾ ਹਾਂ ਜਿੱਥੇ ਜੇ ਨਹੀਂ ਪਹੁੰਚ ਹੁੰਦਾ ਸਾਡਾ ਨੈਟਵਰਕ ਨਹੀਂ ਹੁੰਦਾ, ਕਿਉਂਕਿ ਆਪਾਂ ਨੂੰ ਇਹੀ ਹੁੰਦਾ ਕਿਸੇ ਤੋਂ ਮੈਂ $1 ਵੀ ਲਈਏ ਸੰਸਥਾ ਦੇ ਅੰਦਰ, ਉਹ $1 ਦਾ $1 ਅੱਗੇ ਹੀ ਲੱਗਣਾ ਚਾਹੀਦਾ। ਬਿਲਕੁਲ। ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਨਾ, ਜਿੱਦਾਂ ਰੈੱਡ ਕਰਾਸ ਹੈ ਜਾਂ ਕੋਈ ਹੋਰ ਵੱਡੀਆਂ ਸੰਸਥਾਵਾਂ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਖਰਚੇ ਨਹੀਂ ਹੋ ਜਾਂਦੇ ਆ। ਕਈ ਵਾਰ ਕਿਹਾ ਜਾਂਦਾ ਹੈ ਕਿ 80% ਉਹ 'ਚੋਂ ਨਿਕਲ ਜਾਂਦਾ ਹੈ, ਲੋੜਵੰਦ ਤੱਕ ਮਿਲਦਾ ਹੀ 20%। ਤਾਂ ਮੈਂ ਤੁਹਾਨੂੰ ਕਹਿ ਦਿੰਦਾ ਹਾਂ ਕਿ ਰੋਰ ਫॉर ਹੈਲਪ ਦੇ ਪ੍ਰੋਗਰਾਮ ਦੇ ਅੰਦਰ ਜੇ ਕੋਈ ਸਾਨੂੰ $1 ਵੀ ਦਿੰਦਾ ਹੈ ਨਾ, $1 ਹੀ ਅੱਗੇ ਲੱਗਦਾ, ਸਾਡਾ 0% ਓਵਰਹੈਡ ਹੈ ਉਹ 'ਚ। ਅੱਛਾ, ਓਵਰਹੈਡ ਚਾਰजेस ਤੁਹਾਡੇ ਨਹੀਂ ਆ? ਬਿਲਕੁਲ, ਮਤਲਬ ਕਿਉਂਕਿ ਤੁਹਾਡੇ ਬੰਦੇ ਵਲੰਟੀਅਰ ਹੈ, ਸਾਰੇ ਹੀ ਵੋਲੰਟੀਅਰ। ਓਕੇ। ਤੇ ਜਿਹੜੀ ਮੈਨੇਜਮੈਂਟ ਹੈ, ਫਿਰ ਉਹਦੀ ਮੈਨੇਜਮੈਂਟ ਕਿਸ ਤਰ੍ਹਾਂ, ਉਹਦਾ ਤੁਸੀਂ ਵਿਸਤਾਰ ਕਰਨਾ, ਦੂਜੇ ਕੰਟਰੀ ਨਾਲ ਕਿਸ ਤਰ੍ਹਾਂ ਜੁੜਨਾ? ਸਪੋਜ਼ ਕਰੋ ਅੱਜ ਲੰਕਾ ਦਾ ਕ੍ਰਾਈਸਿਸ ਚੱਲ ਰਿਹਾ, ਤੁਸੀਂ ਲੰਕਾ 'ਚ ਕੋਈ ਉੱਥੇ ਉਹਨਾਂ ਨੂੰ ਏਡ ਪਹੁੰਚਾਉਣੀ ਚਾਹੁੰਦੇ ਹੋ, ਉਹਨਾਂ ਦੀ ਬੜੀ ਨੀਡ ਹੈ, ਲੋਕਾਂ ਦੀ ਇਸ ਵੇਲੇ ਬਹੁਤ ਜ਼ਬਰਦਸਤ ਨੀਡ ਹੈ। ਮੈਂ ਇੱਥੇ ਜਿਹੜਾ ਹੁਣੇ ਨਾਂ ਲਿਆ ਸੇਵਾ ਫੂਡ ਬੈਂਕ ਵਾਲੇ ਬੱਚਿਆਂ ਦਾ, ਉਹ ਇਕੱਲਾ ਫੂਡ ਹੀ ਨਹੀਂ ਦਿੰਦੇ, ਨਾ ਫੂਡ ਦਾ, ਪਹਿਲਾਂ ਉਹਨਾਂ ਦਾ ਇਕੱਲਾ ਬਰੈਂਪਟਨ ਸੀ, ਹੁਣ ਮਿਸੀਸਾਗਾ 'ਚ ਵੀ ਆ, ਕਾਫੀ ਉਹਨਾਂ ਦਾ ਵੱਡਾ ਕੰਮ। ਕਈ ਵਾਰ ਸੁਣ ਚਾਹੁੰਦਾ ਹੈ ਕਿ ਕਈ ਲੋਕ ਕਿਸੇ ਵੇਲੇ ਕਿਸੇ ਕੋਲ ਜੋਬ ਨਹੀਂ ਹੁੰਦੀ, ਕੋਈ ਲੇਡੀ ਆ, ਉਹ ਆਪਣੀ ਮਾਂ ਉਹਦੀ ਰਹਿੰਦੀ ਆ ਅਮਰੀਕਾ 'ਚ ਰਹਿੰਦੀ, ਉਹਨੇ ਮਿਲਣ ਜਾਣਾ, ਉਹ ਕਹਿੰਦੀ ਮੇਰੇ ਕੋਲ ਤਾਂ ਉੱਥੇ ਜਾਣ ਜੋਗੇ ਪੈਸੇ ਹੈ ਨਹੀਂ, ਮੈਂ ਡਰਾਈਵ ਕਰਕੇ ਜਾਣਾ ਚਾਹੁੰਦੀ, ਮੇਰੇ ਕੋਲ ਗੱਡੀ ਜੋਗਾ ਪੈਟਰੋਲ ਨਹੀਂ, ਅਤੇ ਉਹ ਉਹਨਾਂ ਦੀ ਉਸ ਤਰ੍ਹਾਂ ਦੀ ਮਦਦ ਵੀ ਕਰਦੇ ਆ, 1000 2000 3000 ਜਿਹਦੀ ਉਹਦੀ ਲੋੜ ਹੈ। ਪਰ ਉਹ ਵੇਖਣ 'ਚ ਇਹ ਆਇਆ ਕਿ ਉਹ ਲੋਕ ਜਦੋਂ ਵਾਪਸ ਆਪਣੀ ਜੋਬ 'ਤੇ ਆਉਂਦੇ ਆ, ਉਹ ਡਬਲ ਕਰਕੇ ਵੀ ਪੇ ਕਰਦੇ ਆ। ਬਿਲਕੁਲ ਬਿਲਕੁਲ ਭਾਜੀ, ਇਹ ਕਿ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਨਾ, ਤਾਂ ਜਦੋਂ ਉਹਨਾਂ ਕੋਲ ਕੁਝ ਹੋਵੇ ਉਹ ਦੇਣ ਨੂੰ ਸਾਰੇ ਤਿਆਰ ਹੋ ਜਾਂਦੇ। ਹਾਂ, ਪਰ ਇੱਕ ਹੋਰ ਖੂਬਸੂਰਤੀ ਇਹ ਆ, ਕਿਹਾ ਇਹ ਜਾਂਦਾ ਹੈ ਕਿ ਜਿੱਦਾਂ ਬਹੁਤ ਘੱਟ ਚਾਂਸ ਹੋਣਗੇ ਵੀ ਤੁਹਾਨੂੰ ਆਪਣੀ ਭਾਈਚਾਰੇ ਦੇ ਲੋਕ ਉੱਥੇ ਲਾਈਨ 'ਚ ਲੱਗ ਕੇ ਕੋਈ ਫੂਡ ਲਈ ਲਾਈਨ 'ਚ ਲੱਗ ਕੇ ਫੂਡ ਦੇਣ ਤੇ ਗਏ ਹੋਣਗੇ, ਲੈਣ ਵਾਲਿਆਂ 'ਚ ਤੁਹਾਨੂੰ ਕਦੀ ਕੋਈ ਨਜ਼ਰ ਨਹੀਂ ਆਏਗਾ, ਜੇ ਆਏਗਾ ਤਾਂ ਬਹੁਤ ਘੱਟ। ਖਾਸ ਕਰ ਭਾਜੀ ਮੈਂ ਤੁਹਾਨੂੰ ਥੋੜਾ ਦੱਸਦਾ ਕਿ ਕਿਸ ਤਰ੍ਹਾਂ ਡਿਫਰੈਂਸ ਹੈ ਸਾਡੀ ਮੈਂਟੈਲਿਟੀ ਦਾ। ਇਹ ਪ੍ਰੋਗਰਾਮ ਮੈਂ ਤੁਹਾਨੂੰ ਰੋਰ ਫॉर ਹੈਲਪ ਦਾ ਦੱਸਿਆ ਹੈਗਾ, ਤਾਂ ਕੁਝ ਪ੍ਰੋਗਰਾਮ ਸਕਸੈਸਫੁਲ ਹੁੰਦੇ ਆ, ਕੁਝ ਨਹੀਂ ਹੁੰਦੇ। ਤਾਂ ਅਸੀਂ ਹੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਰੋਰ ਫॉर ਹੈਪੀਨੈਸ ਦਾ। ਅੱਛਾ ਜੀ, ਠੀਕ ਹੈ ਜੀ, ਕਿਉਂਕਿ ਮੈਂਟਲ ਹੈਲਥ ਅੱਜ ਕੱਲ ਇੱਕ ਬਹੁਤ ਵੱਡਾ ਇਸ਼ੂ ਹੈ। ਠੀਕ ਹੈ ਜੀ, ਤਾਂ ਅਸੀਂ 3 ਸਾਲ ਪਹਿਲਾਂ ਇਹਨੂੰ ਦੇਖਿਆ ਇਸ ਚੀਜ਼ ਨੂੰ, ਤਾਂ ਇਹਨੂੰ ਅਸੀਂ ਸ਼ੁਰੂ ਕੀਤਾ ਕਿ ਅਸੀਂ ਲੋਕਾਂ 'ਚ ਖਾਸ ਕਰ ਸਾਡੀ ਇੰਡੀਅਨ ਕਮਿਊਨਿਟੀ, ਏਸ਼ੀਅਨ ਕਮਿਊਨਿਟੀ 'ਚ ਗੱਲਬਾਤ ਸ਼ੁਰੂ ਕੀਤਾ ਜਾਏ ਕਿ ਅਸੀਂ ਇਸ ਚੀਜ਼ ਦੇ ਬਾਰੇ ਗੱਲ ਹੀ ਨਹੀਂ ਕਰਦੇ। ਤੁਸੀਂ ਯਕੀਨ ਨਾ ਮੰਨੋ, ਅਸੀਂ ਇੱਕ ਹੌਟਲਾਈਨ ਨੰਬਰ ਵੀ ਕੱਢਿਆ ਆਪਣੇ ਏਸ਼ੀਅਨਸ ਲਈ, ਖਾਸ ਕਰ ਫੋਕਸ ਕੀਤਾ ਪਾਕਿਸਤਾਨ ਇੰਡੀਅਨਸ ਨੂੰ, ਰੇਡੀਓਜ਼ ਜਾ ਕੇ ਵੀ ਗੱਲ ਕੀਤੀ, ਕੋਈ ਅੱਗੇ ਆਉਂਦਾ ਹੀ ਨਹੀਂ ਇਹ ਗੱਲ ਕਰਨ, ਸਾਨੂੰ ਸਿਖਾਇਆ ਹੀ ਨਹੀਂ ਗਿਆ ਇਹ ਗੱਲ ਕਰਨਾ। ਤਾਂ ਕੁਝ ਚੀਜ਼ਾਂ ਸਾਨੂੰ ਨਾ ਬਚਪਨ ਤੋਂ ਹੀ ਨਹੀਂ ਸਿਖਾਇਆ ਜਾਂਦੀਆਂ ਚੀਜ਼ਾਂ ਕਰਨ ਦੀਆਂ।
ਕਲਚਰ ਦੇ ਜਿਹੜੇ ਗੁੱਡ ਪਾਰਟ ਦੇ ਨਾਲ ਬੈਡ ਪਾਰਟ ਵੀ ਬਹੁਤ ਸਾਰੇ ਆ। ਅਸੀਂ ਬਹੁਤ ਚੀਜ਼ਾਂ ਨੂੰ ਪਬਲਿਕ ਨਹੀਂ ਕਰਨਾ ਚਾਹੁੰਦੇ। ਜਿਹੜੀ ਮੈਂਟਲ ਹੈਲਥ ਇਸ਼ੂ ਹੈ ਤੇ ਖੈਰ ਹੋਰ ਗੱਲ ਆ। ਈਵਨ ਦੋ ਅੱਜ ਜਿਹੜੀਆਂ ਸਮੱਸਿਆਵਾਂ 'ਚ ਅਸੀਂ ਅੱਜ ਘਿਰੇ ਹਾਂ ਨਸ਼ਿਆਂ ਵਾਲੀ 'ਚ, ਉਹ ਵੀ ਤਾਂ ਹੀ ਕਿ ਅਸੀਂ ਆਪਣੇ ਘਰਾਂ ਤੋਂ ਉਹਨੂੰ ਬਾਹਰ ਨਹੀਂ ਨਿਕਲਣ ਦਿੰਦੇ, ਕਿਸੇ ਨੂੰ ਦੱਸਦੇ ਹੀ ਨਹੀਂ ਕਿ ਸਾਡਾ ਬੱਚਾ ਇੱਧਰ ਜਾ ਰਿਹਾ। ਫਿਰ ਬੱਚੇ ਡਿਪਰੈਸ਼ਨ 'ਚ ਜਾਂਦੇ ਆ, ਹੋਰ ਕਈ ਕਾਰਨ ਹੁੰਦੇ ਆ। ਆਪਾਂ ਉਹਨਾਂ ਚੀਜ਼ਾਂ ਨੂੰ ਸ਼ਾਇਦ ਅਸੈਸ ਨਹੀਂ ਕਰ ਪਾਉਂਦੇ, ਜਾਂ ਫਿਰ ਅਸੀਂ ਸਾਡੀ ਮਾਨਸਿਕਤਾ ਇਹ ਬਣੀ ਹੋਈ ਆ ਕਿ ਸਾਡੀ ਉਹ ਹਉਮੈ ਨੂੰ ਠੇਸ ਪਹੁੰਚਦੀ ਹੈ ਕਿ ਬਾਹਰ ਕਿਸੇ ਨੂੰ ਪਤਾ ਲੱਗੂ ਤੇ ਉਹ ਕੀ ਕਹੇਗਾ। ਦੋਨੋਂ ਚੀਜ਼ਾਂ ਭਾਜੀ। ਇੱਕ ਹੈ ਨਾ, ਜਦੋਂ ਤੁਹਾਨੂੰ ਬੁਖਾਰ ਹੁੰਦਾ ਹੈ, ਸਾਨੂੰ ਸਿਖਾਇਆ ਬਚਪਨ ਤੋਂ ਕਿ ਬੁਖਾਰ ਹੁੰਦਾ ਕਿ ਉਹਦੇ ਸਿੰਪਟਮਸ ਹੈਗੇ ਆ, ਬੁਖਾਰ ਟੈਂਪਰੇਚਰ ਹੁੰਦਾ ਹੈ। ਜਦੋਂ ਮੈਂਟਲ ਹੈਲਥ ਦੀ ਪ੍ਰੋਬਲਮ ਹੁੰਦੀ ਸਾਨੂੰ ਪਤਾ ਹੀ ਨਹੀਂ ਉਹਦੇ ਸਿੰਪਟਮਸ ਕੀ ਹੈ। ਬਿਲਕੁਲ ਬਿਲਕੁਲ। ਜੇ ਪਤਾ ਵੀ ਚੱਲ ਜਾਵੇ ਕਿ ਇਹਨੂੰ ਕੁਝ ਮੈਂਟਲ ਹੈਲਥ ਦੀ, ਆਪਾਂ ਗੱਲ ਹੀ ਨਹੀਂ ਕਰਦੇ, ਪੜਦਾ ਪਾਉਂਦੇ, ਬਾਹਰ ਪੜੋਸੀਆਂ ਨੂੰ ਪਤਾ ਚੱਲ ਜਾਂਦਾ, ਉਹ ਬੱਚੇ ਨੂੰ ਅਸੀਂ ਇੰਡੀਆ ਭੇਜ ਦਿੰਦੇ ਆ। ਕਈ ਕੇਸਿਸ ਐਕਚੁਅਲੀ ਅਸੀਂ ਅਰਵਿੰਗ ਪੁਲਿਸ ਨਾਲ ਬਹੁਤ ਨੇੜੇ ਨਾਲ ਕੰਮ ਕਰ ਰਹੇ ਹਾਂ ਇਸ ਸਬਜੈਕਟ ਤੇ। ਅੱਛਾ ਜੀ। ਤਾਂ ਸਾਡੀ ਪੂਰੀ ਪੁਲਿਸ ਦੀ ਟੀਮ ਨਾਲ ਅਸੀਂ ਸੋਚ ਰਹੇ ਹਾਂ ਕਿ ਇੰਡੀਅਨ ਕਮਿਊਨਿਟੀ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾਏ। ਅਸੀਂ ਉਧਰਲੇ ਜਿਹੜੇ ਬੱਚੇ ਹੈਗੇ, ਬੱਚਿਆਂ ਨੂੰ ਇੰਡੀਆ ਭੇਜਣਾ ਜਾਇਜ਼ ਸਮਝਦੇ ਹਾਂ। ਮੈਂ ਵੇਖਿਆ ਡਿਪਰੈਸ਼ਨ ਵਾਲੇ ਬੱਚਿਆਂ ਦੀ ਵੀ ਇਹੀ ਲੋਕ ਕਰਦੇ ਆ। ਲੋਕੀ ਕਹਿੰਦੇ ਜੀ ਅਸੀਂ ਬੜੇ ਥਾਂ ਕੀਤਾ ਫਿਰ ਇੰਡੀਆ ਜਾਂਦੇ ਆ। ਅੱਛਾ, ਡੈਲਸ 'ਚ ਕਿੰਨੀ ਕੁ ਕਮਿਊਨਿਟੀ ਆ ਆਪਣੀ ਤੁਹਾਡੇ ਸਿਟੀ 'ਚ? ਭਾਜੀ ਇੰਡੀਅਨ ਕਮਿਊਨਿਟੀ ਇੰਨੀ ਵੱਧ ਗਈ ਉੱਥੇ ਹੁਣ, ਇਹ ਤਾਂ ਸਾਨੂੰ ਫਖਰ ਦਾ ਮਾਣ ਹੈਗਾ ਕਿ ਇੰਨੀ ਆਪਣੀ ਕਮਿਊਨਿਟੀ ਉੱਥੇ ਪਹੁੰਚ ਗਈ ਹੈਗੀ ਹੈ। ਆ ਪੰਜਾਬੀ ਹੀ ਨਹੀਂ, ਹਰੇਕ ਪੂਰੀ ਇੰਡੀਅਨ ਕਮਿਊਨਿਟੀ ਨਾਲ ਆਪਾਂ ਗੱਲ ਕਰਦੇ। ਠੀਕ ਹੈ, ਹਾਂਜੀ। ਐਂਡ ਆਪਾਂ ਬਾਹਰ ਨਿਕਲ ਕੇ ਉਸ ਖੇਤਰ ਚੋਂ ਤੇ ਥੋੜਾ ਉੱਚਾ ਸੋਚੀਏ ਨਾ। ਸਾਰਾ ਭਾਰਤ ਸਾਡਾ ਹੈ। ਬਹੁਤ ਸਾਰੇ ਲੋਕ ਕਈ ਵਾਰ ਜਦੋਂ ਪੋਲੀਟੀਕਲ ਗੱਲ ਕਰਦੇ ਆ, ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਆਪਣੇ ਵਿਊ ਬਣਾ ਕੇ ਬੈਠੇ ਆ। ਪਰ ਮੈਂ ਹਮੇਸ਼ਾ ਕਹਿੰਦਾ ਨਾ ਕਿ ਭਾਰਤ ਨੂੰ ਬਿਲਡ ਕਰਨ ਵਾਲਿਆਂ 'ਚ ਅਸੀਂ ਲੋਕ ਆ। ਸਾਡੇ ਵੱਡਿਆਂ ਨੇ ਕੁਰਬਾਨੀਆਂ ਦੇ ਦੇ ਕੇ ਜੋ ਸਾਨੂੰ ਦਿਖਦਾ ਭਾਰਤ ਤੋਂ ਬਣਾਇਆ। ਅਸੀਂ ਭਾਰਤ ਤੋਂ ਆਪਣਾ ਹੱਕ ਕਿਵੇਂ ਛੱਡ ਸਕਦੇ ਹਾਂ? ਬਿਲਕੁਲ ਜੀ ਬਿਲਕੁਲ। ਤੁਹਾਨੂੰ ਯਾਦ ਹੋਊਗਾ ਸਭ ਤੋਂ 2% ਪੋਪੂਲੇਸ਼ਨ ਨੇ ਸਭ ਤੋਂ ਜ਼ਿਆਦਾ ਸੋਨਾ ਦਿੱਤਾ ਜਦੋਂ ਮੰਗ ਸੀ ਉਹਨੂੰ। 62 ਐਗਜ਼ਾਮਪਲ ਦੇਖਿਆ ਗਿਆ 62 ਚ ਇੱਕ ਨਹੀਂ ਦਿੱਤਾ, ਬਹੁਤ ਕੁਝ ਦਿੱਤਾ ਜੀ। ਸਾਰੇ ਭਾਰਤ ਨੂੰ ਫੂਡ ਦਿੱਤਾ, ਬਹੁਤ ਕੁਝ ਕੀਤਾ। ਆਪਣੀ ਡਿਫੈਂਸ ਸਰਵਿਸਿਜ਼ ਦੇ ਵਿੱਚ ਜਾਨਾਂ ਕੁਰਬਾਨ ਕੀਤੀਆਂ, ਆਜ਼ਾਦੀ ਦੀ ਲੜਾਈ 'ਚ ਕੀਤੀਆਂ, ਫਾਂਸੀਆਂ ਜਿਹੜੇ, ਚਲੋ ਬਹੁਤ ਸਾਰੇ। ਆਪਾਂ ਕਿਸੇ ਤੇ ਆਸਾਨ ਨਹੀਂ ਕੀਤਾ, ਆਪਣੇ ਦੇਸ਼ ਲਈ ਕੀਤਾ। ਉਹ ਤਾਂ ਆਪਣਾ ਹੀ ਦੇਸ਼ ਹੈ, ਆਪਣੇ ਦੇਸ਼ ਲਈ ਕੀਤਾ ਔਰ ਅੱਗੇ ਵੱਧ ਕੇ ਕੀਤਾ। ਹੁਣ ਵੀ ਕਰਦੇ, ਗਾਂ ਵੀ ਕਰਾਂਗੇ। ਉਹ ਤੇ ਆਪਣੀ ਗੱਲ ਹੀ ਅਲੱਗ ਹੈ ਨਾ। ਉਹਦੇ ਮੈਂ ਹੁਣ ਪਾਪਾ ਜੀ ਦੂਜਾ ਸਾਡਾ ਪ੍ਰੋਗਰਾਮ, ਆਪਣੇ ਪ੍ਰੋਗਰਾਮਾਂ ਦੀ ਗੱਲ ਕਰ ਰਹੇ ਸੀ, ਉੱਥੇ ਆਈਏ। ਤਾਂ ਰੋਰ ਫॉर ਐਜੂਕੇਸ਼ਨ ਇੱਕ ਹੋਰ ਪ੍ਰੋਗਰਾਮ ਹੈਗਾ। ਰੋਰ ਫॉर ਐਜੂਕੇਸ਼ਨ ਦੇ ਅੰਦਰ ਅਸੀਂ ਸ਼ੁਰੂ ਕੀਤਾ ਹੈ, ਬਲਕਿ ਤੁਹਾਡੇ ਇੱਥੇ ਲੋਕਲੀ ਹੈਗੇ ਅਜੈਬ ਸਿੰਘ ਚੱਠਾ ਸਾਹਿਬ, ਜਗਤ ਪੰਜਾਬੀ ਸਭਾ ਨਾਲ ਅਸੀਂ ਰਲ ਕੇ ਅਸੀਂ ਐਜੂਕੇਸ਼ਨ ਦੇ ਉੱਪਰ ਅਸੀਂ ਕਾਨਫਰੰਸ ਕਰਾਉਣੀ ਸ਼ੁਰੂ ਕੀਤੀ ਹੈਗੀ ਹੈ। ਠੀਕ ਹੈ ਜੀ। ਅਸੀਂ ਕੋਵਿਡ ਤੋਂ ਪਹਿਲਾਂ ਇੰਟਰਨੈਸ਼ਨਲ ਬੈਟਰ ਲਰਨਿੰਗ ਐਂਡ ਟੀਚਿੰਗ ਕਾਨਫਰੰਸ ਅਸੀਂ ਬੰਬੇ ਸ਼ੁਰੂ ਕੀਤੀ, ਜਿੱਥੋਂ ਦੀ ਅਬਾਊਟ 40 ਪੰਜਾਬ ਦੇ ਵਾਈਸ ਪ੍ਰਿੰਸੀਪਲਸ, ਵਾਈਸ ਚਾਂਸਲਰਸ, ਟੀਚਰਸ ਬੰਬੇ ਲੈ ਕੇ ਆਏ। ਤਾਂ ਉਹਨਾਂ ਨੂੰ ਬੰਬੇ ਤਾਈਂ ਲੈ ਕੇ ਆਉਣ ਦਾ, ਰਹਿਣ ਦਾ, ਕਾਨਫਰੰਸ ਦਾ ਖਰਚਾ ਸਿਰਫ ਹਰੇਕ ਟੀਚਰ ਨੇ ਜਾਂ ਪ੍ਰਿੰਸੀਪਲ ਨੇ ਸਿਰਫ 5000 ਰੁਪਈਆ ਦਿੱਤਾ। ਬਾਕੀ ਸਾਰਾ ਸਾਡੀ ਸੰਸਥਾ ਨੇ ਕਵਰ ਕੀਤਾ ਸਾਡੇ ਪਾਰਟਨਰਸ ਨਾਲ ਮਿਲ ਕੇ। ਵੈਰੀ ਗੁੱਡ। ਉਹ ਜਿਹੜੀ 2 ਦਿਨ ਦੀ ਕਾਨਫਰੰਸ ਸੀਗੀ, ਅਸੀਂ ਕਿਹਾ ਕਿ ਇਹਨਾਂ ਨੂੰ ਪਹਿਲਾਂ ਪੰਜਾਬ ਤੋਂ ਬਾਹਰ ਲੈ ਕੇ ਆਇਆ ਜਾਏ, ਫਿਰ ਅਸੀਂ ਇੰਟਰਨੈਸ਼ਨਲ ਸਪੀਕਰ ਲੈ ਕੇ ਆਏ। ਤਾਂ ਜਿਹੜੀ ਉਹ 2 ਦਿਨ ਦੀ ਕਾਨਫਰੰਸ ਸੀਗੀ, ਅੱਜ ਵੀ ਮੈਨੂੰ ਲੋਕੀ ਕਾਲ ਕਰਕੇ ਕਹਿੰਦੇ ਆ ਕਿ ਉਹ ਜਿਹੜੇ 2 ਦਿਨ ਦੀ ਕਾਨਫਰੰਸ ਅਸੀਂ ਦੇਖੀ ਹੈ, ਅੱਜ ਤਾਈਂ ਨਹੀਂ ਦੇਖੀ। ਤਾਂ ਅਸੀਂ ਹੁਣ ਫਿਰ ਜਗਤ ਸਭਾ ਪੰਜਾਬੀ ਜਗਤ ਸਭਾ ਨਾਲ ਮਿਲ ਕੇ ਫੈਬਰਰੀ 10 ਤੱਕ 11 ਅਗਲੇ ਸਾਲ ਫਿਰ ਕਰ ਰਹੇ ਹੈਗੇ। ਡੈਲਸ ਹੀ ਹੈ ਤੁਹਾਡਾ? ਨਹੀਂ, ਇਹ ਨਿਊ ਬੰਬੇ ਬੇਲਾਪੁਰ ਕਰ। ਅੱਛਾ, ਨਿਊ ਬੰਬੇ ਬੇਲਾਪੁਰ ਹੀ ਕਰ ਰਹੇ ਹੋ। ਅੱਛਾ ਅੱਛਾ, ਠੀਕ ਹੈ ਜੀ। ਸੋ ਨਿਊ ਬੰਬੇ ਬੇਲਾਪੁਰ ਕਰਦੇ ਹਾਂ ਅਸੀਂ। ਪੰਜਾਬ ਦੇ ਜਿਹੜੇ ਪ੍ਰਿੰਸੀਪਲਸ, ਯੂਨੀਵਰਸਿਟੀ ਦੇ ਪ੍ਰੋਫੈਸਰਸ, ਉਹਨਾਂ ਨੂੰ ਬੰਬੇ ਲੈ ਕੇ ਆਉਂਦੇ ਆ। ਜੋ ਪੰਜਾਬ ਦੇ ਇੰਟੈਲੈਕਚੁਅਲ ਲੋਕ ਨੇ, ਵਿਦਵਾਨ ਨੇ, ਉਹਨਾਂ ਨੂੰ ਤੁਸੀਂ ਉੱਥੇ ਲਿਆਉਂਦੇ ਹੋ। ਤੇ ਫਿਰ ਉੱਥੇ ਆਡੀਅנס ਕਿਹੋ ਜਿਹੀ ਹੁੰਦੀ ਹੈ ਤੁਹਾਡੇ ਕੋਲ? ਸੋ ਉੱਥੇ ਮਿਕਸ ਕਰ ਰਹੇ ਹਾਂ। ਸੋ ਜਿਹੜੇ ਬੰਬੇ ਦੇ ਟੀਚਰਸ ਹੈਗੇ, ਪ੍ਰਿੰਸੀਪਲਸ, ਉਹਨਾਂ ਨੂੰ ਇਕੱਠੇ ਕਰ ਰਹੇ ਹਾਂ। ਤਾਂ ਇਹ ਦੋਨਾਂ ਨੂੰ ਲੈ ਕੇ ਇੱਕ ਇੰਟੈਲੈਕਚੁਅਲ ਕਾਨਫਰੰਸ ਹੁੰਦੀ ਹੈ। ਨਾਲ ਸਾਡੇ ਜਿਹੜੇ ਸਪੀਕਰਸ ਹੁੰਦੇ ਕਾਰਪੋਰੇਟਸ ਤੋਂ ਹੁੰਦੇ ਆ, ਇੰਟਰਨੈਸ਼ਨਲ ਹੁੰਦੇ ਆ, ਇਜ਼ਰਾਈਲ ਤੋਂ ਹੁੰਦੇ ਆ। ਸੋ ਅਲੱਗ-ਅਲੱਗ ਅਸੀਂ ਫੋਕਸ ਕਰਦੇ ਹਾਂ। ਅਸੀਂ ਬੇਸਿਕਲੀ ਪੰਜਾਬ ਐਜ਼ ਐਨ ਐਗਜ਼ਾਮਪਲ ਸ਼ੁਰੂ ਕੀਤਾ ਹੈ। ਹੌਲੀ-ਹੌਲੀ ਜਦੋਂ ਇਹ ਪੰਜਾਬ ਤੇ ਅਸੀਂ ਕੁਝ ਅਸਰ ਦੇਖਾਂਗੇ, ਅਸੀਂ ਹੋਰ ਸਟੇਟਾਂ 'ਚ ਲੈ ਕੇ ਜਾਵਾਂਗੇ। ਸੋ ਆਪਾਂ ਇੰਡੀਆ ਕਵਰ ਕਰਨਾ ਐਜ਼ ਐਨ ਐਜੂਕੇਸ਼ਨ, ਬਟ ਅਸੀਂ ਸ਼ੁਰੂਆਤ ਪੰਜਾਬ ਤੋਂ ਕੀਤੀ ਹੈ।
ਨਹੀਂ, ਇਹ ਬਹੁਤ ਸੋਹਣਾ ਆਈਡੀਆ ਤੁਹਾਡਾ ਵਿਜ਼ਨ ਜਿਹੜਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਜ਼ਰਾਈਲ ਤੋਂ ਲੋਕ ਜਾਂਦੇ ਆ, ਦੂਜੇ ਜਾਂਦੇ ਆ, ਔਰ ਉਹਦੇ ਤੋਂ ਸਾਨੂੰ ਜੋ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਸ਼ਾਇਦ ਸਾਡੇ ਟੀਚਰ ਹੋਰ ਚੀਜ਼ਾਂ ਨਾ ਕਰ ਸਕਣ, ਕਿਉਂਕਿ ਆਪਾਂ ਉਹ ਲਕੀਰ ਦੇ ਫਕੀਰ ਬੜੇ ਆ ਨਾ, ਇੱਕ ਚੀਜ਼ ਤੇ ਚੱਲੇ ਆਉਂਦੇ ਆ। ਉੱਥੇ ਉਹ ਐਜੂਕੇਸ਼ਨ ਨੂੰ ਉੱਥੇ ਜੇ ਆਪਾਂ ਲਿਮਿਟਡ ਕੀਤਾ ਹੋਇਆ, ਜਦੋਂ ਕਿ ਐਜੂਕੇਸ਼ਨ ਦਾ ਫੀਲਡ ਤੇ ਇੰਨਾ ਵੱਡਾ ਕਿ ਕਿਤੇ ਉਹ ਕੁਝ ਵੀ ਬੰਦਾ ਸਿੱਖ ਸਕਦਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੜਾ ਕੁਝ ਸਿੱਖਿਆ ਇਸ ਤਰ੍ਹਾਂ। ਅੱਛਾ, ਮੈਂ ਨਾ ਇੱਕ ਸਵਾਲ ਮਿਸ ਕਰ ਗਿਆ ਸੀਗਾ, ਤੁਹਾਡੀ ਗੱਲ ਉਹ NGO ਦੀ ਫੇਰ ਅੱਗੇ ਕਰਨੀ ਹੈ। ਮੈਨੂੰ ਜਦੋਂ ਫਿਰ ਇਜ਼ਰਾਈਲ ਦਾ ਨਾਂ ਆਇਆ ਫਿਰ ਯਾਦ ਆ ਗਿਆ, ਤੁਸੀਂ ਕਿਹਾ ਕਿ ਜਿਹੜੇ ਉਹ ਬਲੱਡ ਸ਼ੈਡ ਦੇਖਦੇ ਆ ਬੱਚੇ ਜਾਂ ਇਸ ਤਰ੍ਹਾਂ ਦੇ ਉਸ ਬਿਹੇਵੀਅਰ ਚੋਂ ਬਾਹਰ ਆਉਂਦੇ ਆ। ਇੱਕ ਪੁਰਾਣੇ ਕੀ ਰੀਸੈਂਟ ਦੇ ਵੀ ਜਿਹੜੇ ਐਕਸਪੈਰੀਮੈਂਟ ਹੋਏ ਆ, ਜਿਹੜੀ ਆਰਮੀ ਜਾਂਦੀਆਂ ਨੇ ਇਹੋ ਜਿਹੇ ਥਾਵਾਂ ਦੇ ਉੱਤੇ, ਜਾਂ ਜਿਹੜੀਆਂ NGO ਵੀ ਜਾਂਦੀਆਂ ਨੇ। ਮੇਰੇ ਗੁਆਂਢੀ ਸੀਗੇ, ਇਹ ਕਦੀ ਚਿੱਲੀ 'ਚ, ਕਦੀ ਕਿਸੇ NGO ਵੱਲੋਂ, ਕਦੇ ਕਿਸੇ, ਇਹ ਤਾਂ ਖੈਰ ਉਹਨਾਂ ਦੇ EMPLOYEE ਹੁੰਦੇ ਸੀ, ਐਜ ਏ ਮੈਨੇਜਰ ਜਾਂਦੇ ਰਹੇ, ਪਰ ਉਹਨਾਂ ਦੀ ਜਿਹੜੀ ਆਪਣੀ ਪਰਸਨੈਲਿਟੀ ਆ ਉਹਦੇ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ। ਕਿਹਾ ਜਾਂਦਾ ਕਿ ਸਾਡੀ ਵੀ ਕੁਝ ਆਰਮੀ ਦੇ ਲੋਕ ਗਏ ਸੀ, ਕੈਨੇਡੀਅਨ ਆਰਮੀ ਦੇ 2022 ਅਫਗਾਨਿਸਤਾਨ 'ਚ, ਉਹਨਾਂ 'ਚ ਬਹੁਤ ਸਾਰੇ ਜਿਹੜੇ ਮੈਂਟਲੀ ਡਿਸਟਰਬ ਹੋਏ, ਉਹ ਜਾ ਕੇ ਉਹ ਡਿਪਰੈਸ਼ਨ 'ਚ ਚਲ ਗਏ, ਜਾਂ ਕਈਆਂ ਨੇ ਤਾਂ ਆਪਣੇ ਆਪ ਨੂੰ ਮਾਰਿਆ ਜਾਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਤੇ ਤੁਸੀਂ ਕਹਿ ਰਹੇ ਹੋ ਕਿ ਉੱਥੋਂ ਬੱਚਾ ਸਿੱਖ ਕੇ ਫਿਰ 2 ਸਾਲ ਦੀ ਬ੍ਰੇਕ ਲੈ ਕੇ ਤੇ ਉਹਦਾ ਬਿਹੇਵੀਅਰ ਆਲ ਟੂਗੈਦਰ ਚੇਂਜ ਹੋ ਜਾਂਦਾ। ਉਹ ਕੀ ਟੈਕਨੀਕ ਨੇ ਜਿਹੜੀਆਂ ਵਰਤਦੇ ਆ? ਕੀ ਤੁਸੀਂ ਉਹ ਜਿਹੀ ਟੈਕਨੀਕ ਆਪਣੀ NGO 'ਚ ਵੀ ਲਾਗੂ ਕਰਦੇ ਹੋ? ਸੋ ਭਾਜੀ, ਇਹ ਜਿਹੜਾ ਡਿਪਰੈਸ਼ਨ ਦਾ ਹੈ ਨਾ ਸਬਜੈਕਟ, ਇਹ ਤਾਂ ਇਦਾਂ ਦਾ ਸਬਜੈਕਟ ਹੈ, ਸਾਨੂੰ ਸਾਰਾ ਦਿਨ ਹੀ ਆਪਾਂ ਗੱਲ ਕਰੀਏ ਤਾਂ ਘੱਟ ਹੈ। ਬਟ ਮੈਂ ਥੋੜਾ ਜਿਹਾ ਇੱਕ ਤੁਹਾਨੂੰ ਦੱਸਦਾ ਹੈ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਇਜ਼ਰਾਈਲ ਦੇ ਜਿਹੜੇ ਪੋਪੂਲੇਸ਼ਨ ਹੈ ਉਹ 'ਚ ਡਿਪਰੈਸ਼ਨ ਨਹੀਂ ਹੈ। ਠੀਕ ਹੈ ਜੀ। ਸੋ ਜਦੋਂ ਤੁਸੀਂ ਹਰੇਕ ਦਾ DNA ਵੱਖਰਾ ਹੈ, ਠੀਕ ਹੈ, ਕੁਝ DNA ਇਦਾਂ ਦੇ ਹੁੰਦੇ ਹੈਗੇ ਆ, ਉਹ ਬਲੱਡ ਸ਼ੈਡ ਦੇਖ ਕੇ ਵੀ ਆਪਣੇ ਆਪ ਨੂੰ ਕਾਇਮ ਰੱਖਦੇ ਮੈਂਟਲ ਅਵੇਅਰਨੈਸ ਦਾ, ਕੁਝ ਢਹਿ ਜਾਂਦੇ ਆ। ਇਹ ਹਰੇਕ ਦਾ DNA ਵੱਖਰਾ ਹੈ। ਸੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਕਿਸ ਤਰ੍ਹਾਂ ਇੱਕ ਸੰਸਥਾ ਇਜ਼ਰਾਈਲ ਦੀ ਕੁਝ ਵੱਖਰਾ ਕਰ ਰਹੀ ਹੈ, ਇੱਕ ਐਗਜ਼ਾਮਪਲ ਦੇ ਤੌਰ 'ਤੇ। ਸੋ ਡਰੱਗਸ ਦਾ ਇਸ਼ੂ ਇਜ਼ਰਾਈਲ 'ਚ ਵੀ ਅੱਜ ਕੱਲ੍ਹ। ਅੱਛਾ, ਆਪਾਂ ਇਹ ਨਾ ਸੋਚੇ ਕਿ ਡਰੱਗਸ ਖਾਲੀ ਪੰਜਾਬ ਤਾਂ ਬਾਹਰਲੇ, ਨਹੀਂ, ਇਹ ਤਾਂ ਹਰੇਕ ਪਾਸੇ ਇੰਟਰਨੈਸ਼ਨਲ। ਹਾਂ, ਬਿਲਕੁਲ। ਸੋ ਇੱਕ ਸੰਸਥਾ ਹੈਗੀ ਹੈ ਇਜ਼ਰਾਈਲ ਦੀ, ਜਿਹੜੇ ਕੀ ਕਰਦੇ, ਉਹ ਜਿਹੜੇ ਬੱਚੇ ਜਿਹੜੇ ਡਰੱਗਸ ਦੇ ਆ, ਜਿਹੜੇ ਵਾਰ ਤੋਂ ਬਾਅਦ 'ਚ ਆ ਕੇ ਡਿਪਰੈਸ਼ਨ 'ਚ ਚਲ ਜਾਂਦੇ ਆ, ਉਹਨਾਂ ਨੂੰ ਲੈ ਲੈਂਦੇ ਆ। ਇਹ 3 ਸਾਲ ਦਾ ਕੋਰਸ ਬਣਾਇਆ ਹੈਗਾ। ਉਹ 3 ਸਾਲ ਨਾ ਉਹਨਾਂ ਨੂੰ ਸਰਫਿੰਗ ਸਿਖਾਉਂਦੇ ਆ। ਸਰਫਿੰਗ ਇੱਕ ਸਪੋਰਟਸ ਹੈਗੀ ਹੈ, ਜਿਹੜੇ ਤੁਸੀਂ ਇੱਕ ਪੈਡ ਲੈ ਕੇ ਸੀ ਦੇ ਉੱਪਰ, ਪਾਣੀ ਦੇ ਉੱਪਰ, ਛੱਲਾਂ ਦੇ ਉੱਪਰ ਤੁਸੀਂ ਅੱਗੇ ਕਰਦੇ ਆ। ਉਹ ਹਰੇਕ ਬੱਚੇ ਨੂੰ ਸਿਖਾਉਂਦੇ ਆ। ਤਾਂ ਉਹ ਕੀ ਹੁੰਦਾ, ਮਾਈਂਡ ਇੱਕ ਚੀਜ਼ ਫੋਕਸ ਹੋ ਜਾਂਦਾ ਹੈ। ਮੈਡੀਟੇਸ਼ਨ ਵਾਲੀ ਗੱਲ। ਹਾਂ, ਮੈਡੀਟੇਸ਼ਨ ਵਾਲੀ ਗੱਲ। ਉਹ ਪੂਰਾ ਕੰਟਰੋਲ ਕਰਨ ਲਈ ਉੱਥੇ ਉਹਨਾਂ ਨੇ ਆਪਣਾ ਫੋਕਸ ਕਰਨਾ। ਇੱਕ ਉਹ ਹੋ ਗਿਆ। ਤਾਂ ਜਿਹੜਾ ਅੱਧਾ ਦਿਨ ਹੈ ਨਾ ਸਿਰਫ ਉਹ ਕਰਦੇ ਆ ਸਰਫਿੰਗ ਦਾ। ਜਿਹੜਾ ਅੱਧਾ ਦਿਨ ਹੈ ਨਾ ਬੱਚੇ ਨੂੰ ਇੱਕ ਸਕਿੱਲ ਸਿਖਾਉਂਦੇ ਆ। ਤੁਸੀਂ ਯਕੀਨ ਮੰਨੋਗੇ ਨਹੀਂ ਕਿ 99% ਜਦੋਂ 3 ਸਾਲ ਬਾਅਦ ਉਹ ਬੱਚਾ ਨਿਕਲਦਾ ਹੈ ਨਾ, ਉਹ ਡਰੱਗਸ ਨਹੀਂ ਕਰਦਾ। ਉੱਥੇ ਦਾ ਸਕਸੈਸ ਰੇਟ 99% ਹੈ। ਕੀ ਬਾਤ ਹੈ, ਬਹੁਤ ਵਧੀਆ। ਮਤਲਬ ਫਿਜ਼ੀਕਲੀ ਔਰ ਮੈਂਟਲੀ ਉਹ ਬੱਚੇ ਨੂੰ ਇਸ ਤਰੀਕੇ ਨਾਲ ਮੋਲਡ ਕਰ ਦਿੱਤਾ ਜਾਂਦਾ ਹੈ ਨਵੀਂ ਸਕਿੱਲ ਦੇ ਥਰੂ। ਇਹੋ ਜਿਹੀਆਂ ਟੈਕਨੀਕ ਵਾਕਿਆ ਹੀ ਆਪਾਂ ਨੂੰ ਅਜੇ ਇਹਨਾਂ ਬਾਰੇ ਸੋਚਣ ਲਈ ਸ਼ਾਇਦ ਮੈਂ ਤਾਂ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਅਗਰ ਬੱਚਿਆਂ, ਸਾਨੂੰ ਪਤਾ ਹੈ ਡਰੱਗਸ ਦਾ ਇਸ਼ੂ ਹੈ, ਘੋੜਸਵਾਰੀ ਸਾਡੀ ਦੇਣ ਹੈ, ਕਿਉਂ ਨਾ ਇੱਕ ਅਕੈਡਮੀ ਖੋਲੀ ਜਾਏ ਜਿੱਥੇ ਬੱਚਿਆਂ ਨੂੰ ਜਿਹੜਾ ਇਹਨਾਂ ਨੂੰ ਇਸ਼ੂ ਹੈਗਾ, ਉੱਥੇ ਅੱਧਾ ਦਿਨ ਘੋੜਸਵਾਰੀ ਕਰਵਾਓ। ਵੈਸੇ ਵੀ ਕਹਿੰਦੇ ਜੇ ਬੰਦਾ ਸਪੋਰਟਸ ਵਾਲੇ ਪਾਸੇ ਚੱਲ ਜਾਂਦਾ ਤੇ ਉਹਦਾ ਮਾਈਂਡਸੈਟ ਲਗਭਗ ਚੇਂਜ ਹੋ ਜਾਂਦਾ, ਨਸ਼ਿਆਂ ਵਾਲੇ ਪਾਸੇ ਉਹਦਾ ਧਿਆਨ ਹੀ ਨਹੀਂ ਜਾਂਦਾ। ਇੱਕ ਬੰਦਾ ਜੇ ਹੁਣ ਤੇ ਵੱਖਰੀ ਗੱਲ ਹੋ ਗਈ, ਕਬੱਡੀ 'ਚ ਵੀ ਨਿਸ਼ਾਨ ਵੜਿਆ, ਪਰ ਕੋਈ ਸਮਾਂ ਹੁੰਦਾ ਸੀ ਲੋਕ ਕਹਿੰਦੇ ਸੀਗੇ ਵੀ ਜੇ ਕੋਈ ਬੱਚਾ ਗਲਤ ਆਦਤਾਂ ਵਾਲਾ ਤੈਨੂੰ ਸਪੋਰਟਸ ਵੱਲ ਪਾ ਦਿਓ ਤੇ ਉਹ ਠੀਕ ਹੋ ਜਾਏਗਾ। ਤੁਸੀਂ ਬਿਲਕੁਲ ਸਹੀ ਉਹ ਨਬਜ਼ ਫੜ ਰਹੇ ਹੋ, ਠੀਕ ਕਰ ਰਹੇ ਹੋ। ਅੱਛਾ, ਫਿਰ ਤੁਹਾਡਾ ਕੋਈ ਹੋਰ ਪ੍ਰੋਗਰਾਮ ਉਹ ਦੱਸ ਦਿਓ, ਫਿਰ ਮੈਂ ਤੁਹਾਡੇ ਕੋਲ ਲਾਸਟ ਪੁੱਛਣਾ ਹੈ ਕਿ ਜਿਹੜਾ ਤੁਸੀਂ ਪੰਜਾਬੀ ਕਲਚਰ ਵਾਸਤੇ ਕਰ ਰਹੇ ਹੋ ਤੇ ਉਹ ਵੀ ਫੰਕਸ਼ਨ ਕਰਾਉਂਦੇ ਹੋ, ਖਾਸ ਕਰਕੇ ਸ਼ਿਵ ਬਾਰੇ ਮੈਨੂੰ ਦੱਸਿਆ ਸੀਗਾ, ਥੋੜਾ ਜਿਹਾ ਆਫ ਦੀ ਏਅਰ ਆਪਾਂ ਗੱਲ ਕੀਤੀ ਆ, ਉਹ ਮੈਂ ਤੁਹਾਡੇ ਕੋਲ ਜ਼ਰੂਰ ਜਾਣਨਾ ਚਾਹੁੰਦਾ। ਸੋ ਭਾਜੀ, ਹੁਣੇ ਅਸੀਂ ਨਾ ਇੱਕ ਗਲੋਬਲ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਪਰ ਅਵਾਰਡ ਸ਼ੁਰੂ ਕੀਤੇ ਆ। ਅੱਛਾ ਜੀ। ਤਾਂ ਅਸੀਂ ਅਵਾਰਡ ਤਾਂ ਬਥੇਰੇ ਹੈਗੇ ਆ, ਹੈ ਨਾ, ਬਟ ਸਾਡਾ ਸੋਚਣ ਦਾ ਤਰੀਕਾ ਥੋੜਾ ਵੱਖਰਾ ਹੈ। ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਜਿਹੜੀ ਰਚਨਾएं ਹੈਗੀਆਂ, ਉਹਨਾਂ ਨੇ ਜਿਹੜੀ ਪਬਲੀਕੇਸ਼ਨ ਕੀਤੀ ਹੈ, ਅਸੀਂ ਚਾਹੁੰਦੇ ਹਾਂ ਗਲੋਬਲੀ ਹਰ ਕੋਈ ਉਹਨਾਂ ਦੀ ਰਚਨਾएं ਨਾਲ ਜੁੜੇ। ਠੀਕ ਹੈ ਜੀ। ਹੁਣ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਜੋੜਨਾ ਹੈਗਾ, ਇਸ ਕਿ ਤੁਸੀਂ ਕੋਈ ਵੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਚਨਾ ਨੂੰ ਲੈ ਕੇ ਉਹਦਾ ਤੁਸੀਂ ਇੱਕ ਪੇਜ ਦਾ ਨਿਚੋੜ ਕੱਢੋ, ਲਿਖੋ ਨਿਚੋੜ,
ਉਹ ਰਚਨਾ ਤੁਹਾਨੂੰ ਕੀ ਮਾਇਨੇ ਰੱਖਦੀ ਹੈ ਤਾਂ ਤੁਹਾਡੀ ਕਿਆ ਸਮਝ ਹੈ। ਤਾਂ ਉਹ ਇੱਕ ਪੇਜ ਦਾ ਭਾਵੇਂ ਤੁਸੀਂ ਪੰਜਾਬੀ, ਇੰਗਲਿਸ਼, ਫ੍ਰੈਂਚ, ਜਿਹੜੀ ਮਰਜ਼ੀ ਲੈਂਗੁਏਜ ਸਾਨੂੰ ਭੇਜ ਦਿਓ। ਇਹ ਈਅਰਲੀ ਅਵਾਰਡ ਹੋ ਗਏ, ਤਾਂ ਜਿੰਨੇ ਵੀ ਐਂਟਰੀਜ਼ ਦਸੰਬਰ ਤਾਈਂ ਹੋ ਗਈਆਂ ਉਹ ਅਸੀਂ ਮਈ ਦੇ ਮਹੀਨੇ ਅਸੀਂ ਅਨਾਉਂਸ ਕਰਾਂਗੇ ਵਿਨਰਸ ਕਿਆ ਹੈ। ਅੱਛਾ ਜੀ, ਪਰ ਸ਼ਿਵ ਕਿਉਂ, ਕੱਲਾ ਸ਼ਿਵ ਹੀ ਕਿਉਂ? ਸੋ ਸ਼ੁਰੂਆਤ ਭਾਜੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਨਾਲ ਕਰਨੀ ਹੈ, ਕਿਉਂਕਿ ਆਪਾਂ ਉਹਨਾਂ ਦਾ ਜਿਹੜੀ ਦੇਣ ਹੈ ਨਾ ਪੰਜਾਬੀਅਤ ਨੂੰ, ਉਹ ਇੰਨੀ ਵੱਡੀ ਹੈਗੀ ਹੈ, ਆਪਾਂ ਭੁੱਲਦੇ ਜਾ ਰਹੇ ਹਾਂ। ਅਸੀਂ ਉਹਨਾਂ ਤੋਂ ਅਵਾਰਡ ਤੋਂ ਸ਼ੁਰੂ ਕੀਤਾ ਹੈ, ਅਗਲੇ ਸਾਲ ਬੀਬੀ ਅੰਮ੍ਰਿਤਾ ਪ੍ਰੀਤਮ ਕੌਰ, ਮਤਲਬ ਵਾਰੀ-ਵਾਰੀ ਤੁਸੀਂ ਸਾਰਿਆਂ ਨੂੰ ਪ੍ਰਮੋਟ ਕਰੋਗੇ। ਇਹ ਕੋਈ ਸਥਾਈ ਅਵਾਰਡ ਨਹੀਂ ਹੈ, ਤੁਸੀਂ ਚੇਂਜ ਕਰਦੇ ਰਹੋਗੇ। ਵੈਸੇ ਕਿਹਾ ਜਾਂਦਾ ਹੈ ਨਹੀਂ, ਉਹ ਜਿਹੜਾ ਹੈਗਾ ਉਹ ਚੱਲਦਾ ਰਹੇਗਾ, ਇੱਕ ਹੋਰ ਅਵਾਰਡ ਸ਼ੁਰੂ ਹੋ ਜਾਏਗਾ। ਹਾਂ, ਅੱਛਾ, ਵੈਸੇ ਬਲਜੀਤ ਜੀ ਜਿਹੜਾ ਜੇ ਆਪਾਂ ਸਾਹਿਤ ਵਾਲੇ ਪਾਸੇ ਥੋੜੀ ਗੱਲ ਕਰੀਏ ਤੇ ਇਹਦੇ ਦੌਰ ਹੁੰਦੇ ਆ, ਸਾਹਿਤ ਦਾ ਵੀ ਦੌਰ ਹੁੰਦਾ। ਜਿਹੜਾ ਸ਼ਿਵਰਾਂ ਦਾ ਦੌਰ ਸੀਗਾ, ਜਿਹੜੀ ਉਹਨਾਂ ਬਿਰਹਾ ਦੀ ਕਵਿਤਾ ਲਿਖੀ, ਉਦਾਸੀ ਦੀ ਕਵਿਤਾ ਲਿਖੀ, ਉਹ ਬਹੁਤ ਲੋਕਾਂ ਨੇ ਮਾਣੀ, ਬਹੁਤ ਲੋਕਾਂ ਨੇ ਉਹਨਾਂ ਦੇ ਜਿਹੜਾ ਰਚਨਾ ਦਾ ਜਿਹੜੇ ਉਹਨਾਂ ਸ਼ਬਦ ਲਿਆਂਦੇ ਨਵੇਂ, ਪੰਜਾਬੀ ਲੈਂਗੁਏਜ 'ਚ ਜਿਹੜੇ ਸ਼ਬਦ ਕੋਈ ਯੂਜ਼ ਹੀ ਨਹੀਂ ਸੀ ਕਰਦਾ, ਉਹੋ ਜਿਹੇ ਸ਼ਬਦ ਉਹਨਾਂ ਪੰਜਾਬੀ 'ਚ ਲਿਆਂਦੇ ਦੁਬਾਰਾ। ਉਹ ਭੱਠੀ ਵਾਲੀਏ ਵਾਲਾ ਗਾਣਾ ਜੇ ਸੁਣੀਏ, ਉਹ 'ਚ ਸ਼ਬਦਾਂ ਦਾ ਦਗਾੜਾ ਵੱਜਣਾ ਤੇਰੇ ਉਹ ਸੇਕ ਨੂੰ, ਜਾਂ ਉਹ ਆਮ ਬੱਚਿਆਂ ਨੂੰ ਅਜੇ ਵੀ ਨਹੀਂ ਪਤਾ। ਉਹ ਸ਼ਬਦ ਬਹੁਤੇ ਰਾਈਟਰ ਵੀ ਨਹੀਂ ਵਰਤਦੇ। ਉਹ ਸਾਡੀ ਇਹੀ ਹੈ ਕਿ ਜੇ ਤੁਸੀਂ ਉਹਨਾਂ ਦੀ ਕੋਈ ਵੀ ਇੱਕ ਕਵਿਤਾ ਪੜ੍ਹੋਗੇ ਨਾ, ਉਹ ਤੁਹਾਡੇ ਦਿਲ ਤੇ ਇੰਨੀ ਬਸੂਗੀ, ਤਾਂ ਉਹ ਕੀ ਉਹਨਾਂ ਦੀ ਉਹ ਕਵਿਤਾ ਤੁਹਾਡੇ ਜੀਵਨ ਦੇ ਉੱਪਰ ਕਿਆ ਅਸਰ ਕਰ ਰਹੀ ਹੈ, ਤੁਸੀਂ ਉਹਦਾ ਇੱਕ ਨਿਚੋੜ ਲਿਖੋ। ਪਰ ਮੇਰਾ ਸਵਾਲ ਇਹ ਸੀਗਾ ਕਿ ਦੌਰ ਬਦਲਦੇ ਆ। ਪਹਿਲਾਂ ਜੁਝਾਰੂ ਕਵਿਤਾ ਦਾ ਦੌਰ ਆਇਆ, ਪੈਰਲਲ ਚੱਲਦਾ ਰਿਹਾ, ਸ਼ਿਵਰੀ ਵੀ ਇੱਕ ਪਾਸੇ ਲੱਗੇ ਰਹੇ, ਦੂਜੇ ਪਾਸੇ ਪਾਸ਼ੀਰੀ ਹੈਗੇ ਸੀਗੇ, ਜਗਤਾਰ ਸੀਗਾ, ਬਹੁਤ ਸਾਰੇ ਹੋਰ ਵੱਡੇ ਨਾਂ ਨੇ। ਉਹ ਤੋਂ ਬਾਅਦ ਪ੍ਰਯੋਗਵਾਦੀ ਕਵਿਤਾ ਆਈ, ਰਹੱਸਮਈ ਆਈ, ਕਈ ਕੁਝ ਆਇਆ ਉੱਥੋਂ। ਤੇ ਕਿਹਾ ਜਾਂਦਾ ਹੈ ਕਿ ਸ਼ਿਵ ਦੀ ਜਿਹੜਾ ਮਾਸਟਰਪੀਸ ਹੈ ਨਾ ਲੂਣਾ, ਉਹ ਤੇ ਸਥਾਈ ਇੱਕ ਅਮਰ ਰਚਨਾ ਉਹਦੀ, ਉਹ ਤੇ ਰਹੇਗੀ ਜਦੋਂ ਤੱਕ ਦੁਨੀਆ ਰਹੇਗੀ ਉਹ ਰਹੇਗੀ। ਪਰ ਬਾਕੀ ਜਿਹੜਾ ਉਹ ਵੇਗ, ਉਦਾਸੀ ਵਾਲਾ ਜਿਹੜਾ ਉਹ ਚੀਜ਼ਾਂ ਸੀਗੀਆਂ, ਉਹ ਹੌਲੀ ਹੌਲੀ ਡਿਲੀਟ ਹੁੰਦੀਆਂ ਜਾਂਦੀਆਂ ਨੇ ਸਾਡੇ ਸਮਾਜ 'ਚੋਂ, ਕਿਉਂਕਿ ਸਮਾਜ 'ਚ ਜਿਹੜੀ ਜੋ ਪ੍ਰੋਗਰੈਸ ਕਰਕੇ ਅੱਗੇ ਜਾਂਦੇ ਆ, ਨਵੇਂ ਚੈਲੰਜਸ ਆਉਂਦੇ ਆ, ਤੇ ਉਹ ਚੀਜ਼ਾਂ ਜਿਹੜੀਆਂ ਨਾ ਨਿੱਜੀ ਇਸ਼ਕ ਮੁਹੱਬਤ ਵਾਲੀਆਂ ਜਾਂ ਉਹ ਤੁਹਾਡੇ ਲੰਬਾ ਸਮਾਂ ਨਾਲ ਨਹੀਂ ਚੱਲਦੀਆਂ। ਤੇ ਅੱਜ ਦੀ ਪੀੜ੍ਹੀ ਤੇ ਉੱਦਾਂ ਸੋਚਦੀ ਵੀ ਨਹੀਂ ਜਿੱਦਾਂ ਸ਼ਿਵਰੀ ਸੋਚਦੇ ਸੀਗੇ। ਸੋ ਇਹ ਸੋਚ ਦੀ ਭਾਜੀ ਫਰਕ ਹੈਗੀ ਹੈ। ਸੋ ਆਪਾਂ ਨੂੰ ਇਹੀ ਕੋਸ਼ਿਸ਼ ਹੈ, ਹਰ ਕੋਈ ਜੋ ਪੜੂਗਾ ਉਹਨਾਂ ਨੇ ਡਿਫਰੈਂਟ ਚੀਜ਼ ਸਿੱਖਣੀ ਹੈ ਜੀ। ਆਪਣੇ ਇਹੀ ਹੈ ਕਿ ਲੋਕਾਂ ਨੂੰ ਪੰਜਾਬੀ ਕਲਚਰ ਨਾਲ, ਪੰਜਾਬੀ ਲਿਟਰੇਚਰ ਨਾਲ ਜੋੜੀਏ। ਤਾਂ ਆਪਾਂ ਸਿਰਫ ਇਹੀ ਹੈ ਕਿ ਇਹ ਅਵਾਰਡ ਸ਼ੁਰੂ ਕੀਤੇ, ਲੋਕਾਂ ਨੂੰ ਅਟੈਚ ਕਰ ਲਏ, ਫਿਰ ਕਲਚਰ ਵੱਲ ਜੋੜਨ ਲਏ। ਕਿਉਂਕਿ ਜਿਹੜੀ ਉਹਨਾਂ ਦੀ ਰਚਨਾ ਹੈ, ਭਾਵੇਂ ਤੁਸੀਂ ਕਹਿ ਲਓ ਆਸ਼ਕੀ ਦੇ ਉੱਪਰ ਹੈ, ਜੋ ਮਰਜ਼ੀ ਕਹਿ ਲਓ, ਬਟ ਉਹਨਾਂ ਦੇ ਜਿਹੜੇ ਲਫ਼ਜ਼ ਯੂਜ਼ ਕੀਤੇ ਹੈਗੇ ਹੈ, ਹਾਂ, ਉਹ 'ਚ ਕੋਈ ਸ਼ੱਕ ਨਹੀਂ, ਦੋ ਰਾਵਾਂ ਹੀ ਨਹੀਂ ਜੀ, ਉਹ ਤੁਹਾਨੂੰ ਇੱਕਦਮ ਹੀ ਆਪਣੇ ਕਲਚਰ ਦੇ ਨਾਲ ਜੋੜੂਗੀ। ਬਿਲਕੁਲ ਇਹ ਗੱਲ। ਅੱਛਾ ਬਲਜੀਤ ਜੀ, ਹੁਣ ਸਮਾਂ ਆਪਣਾ ਸਮਾਪਤ ਹੋ ਚੱਲਿਆ। ਮੈਨੂੰ ਤੁਸੀਂ ਉਹ ਕੋਈ ਗੱਲ ਦੱਸੋ ਜਿਹੜੀ ਤੁਹਾਨੂੰ ਕੋਲ ਮੈਂ ਨਹੀਂ ਪੁੱਛ ਸਕਿਆ, ਤੇ ਸਾਡੇ ਦਰਸ਼ਕਾਂ ਨੂੰ ਮੈਸੇਜ ਜੇ ਤੁਸੀਂ ਦੇਣਾ ਚਾਹੋ ਵੀ ਕਿਸ ਤਰੀਕੇ ਨਾਲ ਤੁਹਾਡੇ ਵਰਗੇ ਕੰਮਾਂ ਨਾਲ ਜੁੜਿਆ ਜਾ ਸਕਦਾ, ਤੇ ਕਿਸ ਤਰੀਕੇ ਨਾਲ ਅਸੀਂ ਜਿੱਥੇ ਜਿੱਥੇ ਬੈਠੇ ਹਾਂ ਉੱਥੇ ਸੁਸਾਇਟੀ ਲਈ ਇੱਕ ਬਿਹਤਰ ਰੋਲ ਅਦਾ ਕਰ ਸਕਦੇ ਹਾਂ। ਸੋ ਮੇਰੀ ਤਾਂ ਇੱਕੋ ਰਿਕੁਐਸਟ ਰਹੂਗੀ ਸਾਰਿਆਂ ਨੂੰ ਜਿਹੜੇ ਸੁਣ ਰਹੇ ਹੈਗੇ ਆ, ਕਿ ਜ਼ਿੰਦਗੀ ਦੇ ਸਫ਼ਰ ਵਿੱਚ ਜੋ ਵੀ ਤੁਸੀਂ ਕਰੋ, ਆਪਣੇ ਦਿਲ ਨਾਲ, ਪੈਸ਼ਨ ਨਾਲ ਕਰੋ। ਨੰਬਰ 1 ਚੀਜ਼, ਭਾਵੇਂ ਛੋਟੀ ਦੀ ਛੋਟੀ ਚੀਜ਼ ਕਰੋ, ਪੈਸ਼ਨ ਨਾਲ ਕਰੋ, ਮਗਰ ਇੱਕ ਫੋਕਸ ਰੱਖੋ, ਉਹਨੂੰ ਸਿਰੇ ਤੇ ਲੈ ਕੇ ਚਲੋ। ਤਾਂ ਸਾਡੇ ਨਾਲ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਹੈਗੀ ਆ roar4change.org, roar4change.org। ਸਾਡੇ ਕਈ ਪ੍ਰੋਗਰਾਮਸ ਹੈਗੇ ਆ, ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਵੋਲੰਟੀਅਰ ਕਰ ਸਕਦੇ ਹੋ, ਪ੍ਰੋਗਰਾਮਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਤਾਂ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਦਰਸ਼ਕਾਂ ਦੇ ਥਰੂ ਇਹ ਜਿਹੜੇ ਅਸੀਂ ਇੱਕ ਹੰਬਲ ਅਟੈਂਪਟ ਕਰ ਰਹੇ ਹਾਂ ਕਿ ਸਾਰੇ ਬੱਚਿਆਂ ਨੂੰ, ਸਾਰੇ ਪੰਜਾਬੀਅਤ ਨੂੰ ਇੱਕ ਸ਼ਿਵ ਕੁਮਾਰ ਬਟਾਲਵੀ ਜੀ ਦੇ ਰਚਨਾਵਾਂ ਨਾਲ ਜੋੜਿਆ ਜਾ ਰਿਹਾ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਹਾਂ ਕਿ ਪਲੀਜ਼ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਦੱਸੀਏ ਕਿ ਇੱਦਾਂ ਦਾ ਇੱਕ ਉਪਰਾਲਾ ਸ਼ੁਰੂ ਕੀਤਾ ਹੈਗਾ। ਤਾਂ ਤੁਸੀਂ ਕੋਈ ਵੀ ਇੱਕ ਉਹਨਾਂ ਦੀ ਰਚਨਾ ਪੜ੍ਹੋ, ਤਾਂ ਉਹਦੇ ਬਾਰੇ ਇੱਕ ਨਿਚੋੜ ਲਿਖੋ, ਤਾਂ ਉਹਨੂੰ ਆਪਣੇ ਸਾਡੀ ਵੈਬਸਾਈਟ 'ਤੇ ਅਪਲੋਡ ਕਰੋ। ਜਿੰਨੇ ਵੀ ਐਂਟਰੀਜ਼ ਦਸੰਬਰ ਤਾਈਂ ਆਉਣਗੀਆਂ, ਅਸੀਂ ਮਈ ਵਿੱਚ ਅਨਾਉਂਸ ਕਰਾਂਗੇ। ਤੇ ਉਹਦੇ ਲਈ ਤੁਸੀਂ ਅਵਾਰਡ ਵਗੈਰਾ ਦਿੰਦੇ ਹੋ ਜੀ, ਕੋਈ ਉਹਨੂੰ ਪ੍ਰਮੋਟ ਕਰਨ ਲਈ, ਜਾਂ ਬੱਚਿਆਂ ਨੂੰ ਜਿਹੜੇ ਤੁਹਾਡੇ 'ਚ ਪਾਰਟਿਸਿਪੇਟ ਕਰਦੇ ਆ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਹੈਲਪ ਕਰਦੇ ਹੋ, ਜਾਂ ਉਹਨਾਂ ਨੂੰ ਕਿਸੇ ਤਰੀਕੇ ਹੋਰ ਉਹਨਾਂ ਦਾ ਕਰਦੇ ਹੋ?
ਸੋ ਜਿਹੜੇ ਅਵਾਰਡ ਹੈਗੇ ਉਹ ਅਸੀਂ ਡਿਕਲੇਅਰ ਅਸੀਂ ਅਗਲੇ 2-3 ਮਹੀਨੇ 'ਚ ਕਰਾਂਗੇ। ਸੋ ਅਸੀਂ ਹਾਲੇ ਡਿਸਾਈਡ ਕਰ ਰਹੇ ਹਾਂ ਕਿ ਫਾਈਨੈਂਸ਼ੀਅਲ ਅਵਾਰਡ ਦਈਏ ਕਿ ਕੁਝ ਅਲੱਗ ਤਰਗੇਤ ਕੀਤੀ ਜਾਏ। ਸੋ ਐਗਜ਼ਾਮਪਲ ਹੈ ਕਿ ਜਿਹੜੇ ਐਂਟਰੀਜ਼ ਆਓਗੇ ਮੇਬੀ 12 ਜਾਂ 15 ਐਂਟਰੀਜ਼ ਜਿਹੜੇ ਆਓਗੇ ਜੇ ਪੰਜਾਬ ਤੋਂ ਆਈਆਂ ਤਾਂ ਉਹ ਬੱਚਿਆਂ ਨੂੰ ਅਸੀਂ ਬੰਬੇ ਲੈ ਕੇ ਆਈਏ ਉਹ ਕਾਨਫਰੰਸ 'ਚ। ਠੀਕ। ਇੱਕ ਉਹਨਾਂ ਨੂੰ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲੂਗੀ ਕਿ ਬੰਬੇ ਦਿਸੂਗਾ। ਸੋ ਇਦਾਂ ਦਾ ਸਾਡਾ ਵਿਚਾਰ ਹੈ ਕਿ ਅਵਾਰਡ ਪੈਸੇ ਦੇ ਨਹੀਂ ਜ਼ਰੂਰੀ ਹੁੰਦੇ, ਆਪਾਂ ਅਵਾਰਡ ਕੁਝ ਹੋਰ ਤਰੀਕੇ ਨਾਲ ਦਸੀਏ ਕਿ ਜਿਹਨੂੰ ਮਿਲ ਰਿਹਾ ਹੈਗਾ ਉਹਦੀ ਲਾਈਫ ਵਿੱਚ ਪ੍ਰੋਗਰੈਸ ਹੋਵੇ। ਬਿਲਕੁਲ ਬਲਜੀਤ ਜੀ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗ ਰਿਹਾ ਸੀਗਾ। ਸਮੇਂ ਦੀ ਇੱਕ ਸੀਮਾ ਹੁੰਦੀ ਆ ਤੇ ਆਪਾਂ ਅੱਗੇ ਵੀ ਜੁੜੇ ਰਹਾਂਗੇ। ਤੁਸੀਂ ਟੈਲਿਸ ਬੈਠੇ ਹੋ, ਬੰਬੇ ਬੈਠੇ ਹੋ, ਆਪਾਂ ਆਪਣੇ ਅੱਜ ਕੱਲ੍ਹ ਸਾਧਨ ਨੇ, ਟੈਕਨੋਲੋਜੀ ਆ, ਆਪਾਂ ਜੁੜ ਸਕਦੇ ਹਾਂ। ਤੇ ਆਪਣੇ ਦਰਸ਼ਕਾਂ ਨੂੰ ਮੈਂ ਚਾਹਾਂਗਾ ਕਿ ਫਿਰ ਤੁਹਾਨੂੰ ਕਿਸੇ ਦਿਨ ਲਿਆ ਕੇ ਜਿਹੜੀਆਂ ਗੱਲਾਂ ਦਿਲ ਦੀਆਂ ਆਪਾਂ ਨਹੀਂ ਕਰ ਸਕੇ ਖੁੱਲ੍ਹ ਕੇ ਕਰੀਏ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਸਾਡੇ ਕੋਲ ਆਏ ਸਟੂਡੀਓ 'ਚ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਸਾਡੇ ਦਰਸ਼ਕਾਂ ਨੂੰ ਇੱਕ ਨਵੇਂ ਆਈਡੀਆਜ਼ ਦੇ ਨਾਲ ਤੁਸੀਂ ਚੀਜ਼ਾਂ ਲਿਆਂਦੀਆਂ ਨੇ ਜਿਹੜੀਆਂ ਆਮ ਅਸੀਂ ਨਹੀਂ ਕਰਦੇ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਭਾਜੀ। ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤਾਂ ਜੀਂਦੇ ਰਹੋ, ਬਸਦੇ ਰਹੋ। ਸਤਿ ਸ੍ਰੀ ਅਕਾਲ ਜੀ, ਬਹੁਤ ਸ਼ੁਕਰੀਆ। पंजाब करा की